सतनाम वाहिगुरु सतनाम वाहिगुरु सतनाम वाहिगुरु सतनाम सतनाम वाहिगुरु। मंगलाचरण रल के पढ़ते हैं। दंडौत बंदन अनक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ सज्जन सच्चा पातशाह चिर शाह दे शाहू जिस पास बैठिया सोई है सबना दा वेसा सतनाम वाहिगुरु अकाल पुरख तू ही है सतनाम वाहिगुरु अकाल पुरख तू ही है सतनाम वाहिगुरु अकाल पुरख तू ही है। जगत तारे गुरु बाबा जी दी साजी ते नवाजी देश प्रदेश वस रही गुरु प्यारी सफल फुलवाड़ी गुरु सवारी साध संगत जीओ। ਜਦੋਂ ਅਸੀਂ ਮੰਗਲਾਚਰਨ ਕਰਦੇ ਹਾਂ ਇਹਨਾਂ ਵਿੱਚੋਂ ਸਾਨੂੰ ਸੰਜੀਵ ਮਹਾਰਾਜ ਜੀ ਦੇ ਦਰਸ਼ਨ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੇ ਹਰ ਕਥਾ ਤੋਂ ਪਹਿਲਾਂ ਇਹ ਮੰਗਲਾਚਰਨ ਜ਼ਰੂਰ ਬੁਲਾਉਂਦੇ ਸਨ। ਦੂਸਰਾ ਹੈ ਇਹ ਜੋ ਵਿਸਾਖ ਦੀ ਸੰਗਰਾਂਦ ਦਾ ਪ੍ਰੋਗਰਾਮ ਇਸ ਗੁਰਦੁਆਰਾ ਸੰਜੀਵ ਮਹਾਰਾਜ ਕਮਾਲੀਏ ਵਾਲੇ 76 ਵੀ ਮਾਡਲ ਟਾਊਨ ਪਟਿਆਲਾ ਤੋਂ ਹਰ ਸੰਗਰਾਂਦ ਨੂੰ ਜੋ ਨਾਮ ਬਾਣੀ ਸਿਮਰਨ ਕਥਾ ਅਮੋਲਕ ਵਚਨ ਆਦਿ ਰਿਲੇ ਕੀਤੇ ਜਾਂਦੇ ਹਨ। ਇਹ ਵਿਸਾਖ ਦੀ ਸੰਗਰਾਂਦ ਦਾ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜਿਸ ਵਿੱਚ ਇਸ ਵਿਸਾਖ ਦੀ ਸੰਗਰਾਂਦ 'ਤੇ ਸਾਨੂੰ 4 ਚੀਜ਼ਾਂ ਪ੍ਰਾਪਤ ਹੋ ਰਹੀਆਂ ਹਨ। ਇੱਕ ਤਾਂ ਸੰਗਰਾਂਦ ਹੈ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ। ਦੂਸਰਾ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ ਉਹ ਮਹਾਨ ਬਖਸ਼ਿਸ਼ ਜੋ ਖਾਲਸੇ ਪੰਥ ਦੀ ਸਾਜਨਾ 1756 ਬਿਕਰਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੇ ਸਥਾਨ 'ਤੇ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਵਿਸਾਖੀ ਅਸੀਂ ਕਹਿੰਦੇ ਹਾਂ ਖਾਲਸੇ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਨ ਹੈ। 2 ਤੀਸਰਾ ਹੈ ਸਾਹਿਬ ਸ੍ਰੀ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਅਤੇ ਨਾਲ ਹੀ 9ਵੇਂ ਪਾਤਸ਼ਾਹ ਦਾ ਗੁਰਿਆਈ ਗੁਰਪੁਰਬ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸੇ ਦਿਨ ਦਿੱਲੀ ਵਿਖੇ ਬੰਗਲਾ ਸਾਹਿਬ ਜਦੋਂ ਮਹਾਰਾਜ ਨੇ ਜੋਤੀ ਜੋਤ ਸਮਾਣਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸੰਗਤਾਂ ਬੇਪਲ ਹੋ ਗਈਆਂ। ਉਮਰ ਕਿੰਨੀ ਸੀ? ਪੌਣੇ 8 ਸਾਲ 5.25 ਸਾਲ ਦੀ ਉਮਰ 'ਚ ਗੁਰਿਆਈ ਮਿਲੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਿਉਂਕਿ ਜੋਤ ਤੇ ਗੁਰੂ ਨਾਨਕ ਜੀ ਨੇ ਕੰਮ ਕੀਤਾ। ਪਰ ਪੌਣੇ 8 ਸਾਲ ਵਿੱਚ ਬੰਗਲਾ ਸਾਹਿਬ ਜਦੋਂ ਜੋਤੀ ਜੋ ਸਮਾਣਾ ਤੇ ਮਹਾਰਾਜ ਨੇ 5 ਪੈਸੇ ਨਾਲੀਏ 3 ਵਾਰੀ ਬਾਂਹ ਘੁਮਾ ਕੇ ਕਿਹਾ ਬਾਬਾ ਬਕਾਲੇ ਬਾਬਾ ਬਕਾਲੇ ਬਾਬਾ ਬਕਾ। ਰਿਸ਼ਤੇ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬਾ ਲਏ ਸਨ ਔਰ ਬਕਾਲੇ ਉਹੀ ਸਨ। ਇਸ਼ਾਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀ ਤੇ ਆਪ ਮਹਾਰਾਜ ਨੇ ਗੁਰਿਆਈ ਬਖਸ਼ ਕੇ ਜੋਤੀ ਜੋਤ ਸਮਾ ਗਏ। ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਜਮਨਾ ਦੇ ਕੰਢੇ ਭੋਗਲ ਪਿੰਡ ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ ਦਿੱਲੀ ਵਿੱਚ ਉੱਥੇ ਸੰਸਕਾਰ ਕੀਤਾ ਗਿਆ। ਸਾਰੀ ਵਿਭੂਤੀ ਇਕੱਠੀ ਕਰਕੇ ਉੱਥੋਂ ਕੀਰਤਪੁਰ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ ਗਿਆ ਸੀ ਸਰਪਤਾਲਪੁਰੀ ਉੱਥੇ ਫਿਰ ਸਾਰੀ ਲਿਆਂਦੀ ਗਈ। ਇਸ ਸੰਖੇਪ ਵਿੱਚ 2 ਲਿੰਕ ਹੋ ਗਿਆ ਗੁਰਪੁਰਬ ਦੋਨਾਂ ਦਾ ਉਹਨਾਂ ਦਾ ਗੁਰਿਆਈ ਗੁਰਪੁਰਬ ਤੇ ਗੁਰੂ ਹਰਗੋਬਿੰਦ ਜੋਤੀ। ਹੁਣ ਆਪਾਂ ਪਹਿਲਾਂ ਜੋ ਹੈ ਉਹ ਪ੍ਰੋਗਰਾਮ ਜਿਹੜਾ ਹੈ ਵਿਸਾਖ ਦੇ ਮਹੀਨੇ ਦਾ ਸਾਂਝਾ ਕਰਦੇ ਹਾਂ। 1 ਜਾਂ 2 ਮਿੰਟ ਕੇਵਲ ਖਾਲਸੇ ਪੰਥ ਦੀ ਸਾਜਨਾ ਉਸ ਦੇ ਬਾਬਤ ਸਿਰਫ ਜ਼ਿਕਰ ਕਰਾਂਗੇ ਸਮਾਪਤੀ ਦੇ। ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਸਾਡੇ ਸੁਖਪਾਲ ਵੀਰ ਜੀ ਆਪ ਨੂੰ ਸਭ ਤੋਂ ਪਹਿਲਾਂ ਇੱਕ ਸ਼ਬਦ ਸੁਣਾਉਂਦੇ ਹਨ। ਉਹ ਸ਼ਬਦ ਸੁਣਾਉਣਗੇ। ਸ਼ਬਦ ਹੈ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ। ਹੁਣ ਕਿਉਂਕਿ ਥੋੜ੍ਹੀ ਜਿਹੀ ਭੂਮਿਕਾ ਦੱਸਣੀ ਪੈਂਦੀ ਹੈ। ਇਹ ਗੁਰੂ ਗ੍ਰੰਥ ਸਾਹਿਬ 'ਚ 2 ਹਨ ਬਾਰੇ ਮਾਂ ਦੇ ਪ੍ਰਥਾਏ ਬਾਣੀ। ਪਹਿਲੀ ਹੈ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤੇ ਬਾਅਦ ਵਿੱਚ ਹੈ ਮਾਝ ਰਾਗ ਪੰਚਮ ਪਾਤਸ਼ਾਹ ਦੀ। ਹਰ ਗੁਰਦੁਆਰੇ ਵਿੱਚ ਪੰਚਮ ਪਾਤਸ਼ਾਹ ਦੇ ਮਾਝ ਰਾਗ ਵਾਲੇ ਜਿਹੜਾ ਹੈ ਮਹੀਨੇ ਦਾ ਮਹੀਨਾ ਪੜ੍ਹਿਆ ਸੁਣਿਆ ਜਾਂਦਾ ਹੈ। ਵਿਸਾਖ ਜਿੱਥੋਂ ਸ਼ੁਰੂ ਹੁੰਦਾ ਵਿਸਾਖ ਧੀਰਨ ਕਿਉਂ ਵਾਢੀਆ ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਅਖੀਰ ਤੇ ਆਂਦਾ ਹੈ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹੈ। ਇਹ ਵਿਸਾਖ ਦੇ ਇਹ ਵੀ ਸ਼ਬਦ ਵੀਰ ਜੀ ਹਰ ਮਹੀਨੇ ਇਹ ਵੀ ਗਾਇਨ ਕਰਨਗੇ। ਪਰ ਉਸ ਤੋਂ ਪਹਿਲਾਂ ਜੋ ਆਪਣਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਹੈ ਤੁਖਾਰੀ ਰਾਗ ਵਿੱਚ ਵਿਸਾਖ ਭਲਾ ਸਾਖਾ ਵੇਸ ਕਰੇ। ਇਹ ਸਾਖ ਦੇ ਮਹੀਨੇ ਦਾ ਜ਼ਿਕਰ ਕਰਕੇ ਅਖੀਰ ਤੇ ਫਿਰ ਇਹ ਤੋਂ ਕਹਿੰਦੀ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ। ਇਹ ਸ਼ਬਦ ਪਹਿਲਾ ਹੈ। ਦੂਸਰਾ ਇੱਕ ਸ਼ਬਦ ਹੈ ਅਗਲਾ ਉਹ ਹੈ
ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦੇ ਰਾਗੀ ਤਜੂਰੀ ਰਾਗੀ ਭਾਈ ਕੁਲਵੰਤ ਸਿੰਘ ਜੀ, ਉਹ ਇੱਥੇ ਸਾਡੇ ਪਟਿਆਲੇ ਸਮਾਗਮਾਂ ਤੇ ਆਉਂਦੇ ਹਨ, ਕੀਰਤਨ ਕਰਦੇ ਹਨ, ਬੜੇ ਪਿਆਰ ਭਿੱਜ ਕੇ ਆਉਂਦੇ ਹਨ। ਸੰਜੀ ਮਹਾਰਾਜ ਦਾ ਬਹੁਤ ਤਾਰੀਫ ਕਰਦੇ ਹਨ, ਬੜੇ ਕਮਾਈਆਂ ਵਾਲੇ ਮਹਾਂਪੁਰਸ਼ ਸੰਤ ਕਮਾਲੀਏ ਵਾਲੇ। ਉਹਨਾਂ ਨੇ ਸਾਨੂੰ ਸਾਰਿਆਂ ਨੂੰ, ਸੰਜੀ ਮਹਾਰਾਜ ਨੇ ਕੇਵਲ ਤੇ ਕੇਵਲ ਇੱਕ ਸਤਸੰਗ, ਇੱਕ ਬਾਣੀ, ਨਾਮ, ਕਥਾ ਇੱਧਰ ਹੀ ਪ੍ਰੇਰਿਆ। ਸਾਡਾ ਕੋਈ ਦੁਨਿਆਵੀ ਉਹਨਾਂ ਨੇ ਲਿੰਕ ਰੱਖਿਆ ਹੀ ਨਹੀਂ। ਉਹ ਕਹਿੰਦੇ ਇੱਧਰ ਲੱਗ ਜਾਓ, ਮੇਰਾ ਆਪਣੇ ਆਪ ਹੀ ਗੁਰੂ ਨਾਨਕ ਦੀਆਂ ਹੁੰਦੀਆਂ ਰਹਿਣਗੀਆਂ। ਤਾਂ ਉਹਨਾਂ ਨੇ ਭੇਜਿਆ ਹੈ ਰਿਕਾਰਡਿੰਗ ਕਰਕੇ, ਉਹਨਾਂ ਦੇ ਸ਼ਬਦ ਸੁਣਦੇ ਹਾਂ। ਅਗਲਾ ਪ੍ਰੋਗਰਾਮ ਆਪ ਦਾਸ ਆਪ ਨੂੰ ਬਿਨੇ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
डंडोत बंधन अनक बार, सर्व कला समरथ डोलन ते राखो प्रभु, नानक दे कर हथ। वाहे गुरु वाहे हवारी वन्या कोली वन्या तू पर्वत मेरा भोला, हो बल जाई लख 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 बरिया, जन परमा पर्दा खोलना, बार ने बलहार ने लख बरिया, बार ने बलहार ने लख बरिया, बार ने बलहार ने लख बरिया। नाम हो नाम साहिब तू प्राण धरिया, बार ने बलहार ने लख बरिया, बार ने बलहार ने लख बरिया। कब करावन तुम्हिए ये जंत की तुम्ही ने, कब करावन तुम्हिए ये जंत की तुम्ही ने, ये जंत की तुम्ही ने, बार ने बलहार ने लख बरिया, बार ने बलहार ने लख बरिया। राज जो
बरिया लख बरिया पार में बलहार है लख बरिया पार में बलहार है लख बरिया पार में बलहार है लख बरिया जिस तो आवे चित तिसनु सदा सुख जिस तो आवे चित तिस जन नाहे दुख जिस तू आवे चित तिस के काढ़िया जिसका करता नित सब काज सवारिया जिस तू आवे चित सो प्रजन जिस तू आवे चित बहुता तिस कन जिस तू आवे चित सो वड परवारिया जिस तू तिन कुल अधारिया तिन कुल उधारिया तेरा भगतां को
ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਿਮਰਤ ਨਾਮ
संत जी, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਕਿਰਪਾ ਦੇ ਨਾਲ ਹਰ ਦਿਨ ਰਹਿਣ ਕੀਰਤਨ ਕਰੀਏ, ਬੌੜ ਨਾ ਜੁਨੀ ਪਾਈਏ। जिस देव है पुरख विधाता हर रस्ते नहीं जाता, जब कंकर नेड़ न आया सुख नानक सरणी पाया। अज का एक कीर्तन नरोल बाणी का कीर्तन बड़े सहज के नाल आपने श्रवण किया है। अज की हाजरी गुरमुख प्यारे महापुरख तपस्वी भक्ति के बंदगी करने वाले गुरु प्यारे संत कमालिए वाले सरदार संत बाबा करतार सिंह जी के वास्ते ये हाजरी हुई है। उन्होंने समर्पित ये हाजरी हुई है। जिन्होंने जिन्होंने गुरु प्यारे ने बैठ के हाजरी श्रवण की है, उन्होंने बहुत धन्यवाद। सारा ही कमालिया परिवार बड़ी श्रद्धा के नाल गुरु का कीर्तन गुरु का हर जस श्रवण करते हैं। साहब जी कृपा कर साड़ी भी ये हाजरी प्रवान कर, और अज की हाजरी जी है असी श्रद्धा के नाल प्यार के नाल उन्होंने वास्ते ही ये हाजरी गाई गई है, कीर्तन गाया गया है। भुला चुका की क्षमा, कीर्तन करदिया हुई भुला चुका की क्षमा। सर्वत गुरु संगतां दा बहुत बहुत धन्यवाद। वाहिगुरु जी का खालसा, वाहिगुरु जी की फतेह। तो गुरु प्यारी साध संगत जी, आप जी ने साडे सुखपाल वीर जी पासों अमृतमय शब्द सरवण किया है, और भाई साहब भाई कुलवंत सिंह जी हजूरी रागी बहुत ही प्यार कीर्तन तो संजू मार कहते उही प्रवान है जिहड़ा भाव संयुक्त होकर किया जाए, भाव च प्यार विच। तो उन्होंने बड़े ही प्यार विच कीर्तन सरवण कराया है। हुण साडे बाली भैन जी, ਉਹਦਾ ਨਾਂ ਹੁਣ ਰੱਖਿਆ ਇਕਬਾਲ ਕੌਰ ਜੀ ਬੀਟੀ ਸਿੰਘ, ਪਰ ਸਾਡੇ ਮੂੰਹ ਦੇ ਬਾਲੀ ਭੈਣ ਜੀ ਚੜਿਆ ਹੈ। ਅਸੀਂ ਤਾਂ ਉਸੇ ਪਿਆਰ 'ਚ ਬੁਲਾਉਂਦੇ ਹਾਂ। ਉਹ ਜਿਹੜੇ ਬਚਨ ਕੁਝ ਪੜ੍ਹਦੇ ਇਕੱਠੇ ਕਰਦੇ ਰਹਿੰਦੇ ਹਨ ਇਸ ਸਮਾਗਮ ਲਈ ਸੰਗਰਾਂਦ ਦੀ, ਉਹਨਾਂ ਨੇ ਕੁਝ ਬਚਨ ਭੇਜੇ ਹਨ ਆਪ ਜੀ ਸਰਵਣ ਕਰਨਾ। ਉਸ ਤੋਂ ਬਾਅਦ ਸਾਡੇ ਸੁਖਪਾਲ ਵੀਰ ਜੀ ਦਾ ਮਹੀਨੇ ਦਾ ਸ਼ਬਦ ਹੈ, ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹੱਸ। ਫਿਰ ਨਾਲ ਹੀ ਮਹੀਨੇ ਦੀ ਕਥਾ ਜੋ ਸੰਜੀ ਮਹਾਰਾਜ ਕਰਦੇ ਰਹੇ, ਪੋਥੀ ਛਪ ਗਈ ਜੀ 12 ਮਾਹ ਕਥਾ ਦੀ, ਉਹ ਭਾਈ ਜਗਜੀਵਨ ਸਿੰਘ ਆਪ ਹਰ ਮਹੀਨੇ ਸੁਣਦੇ ਹੋ। ਬੜੇ ਹੀ ਪਿਆਰ ਵਿੱਚ ਭਿੱਜ ਕੇ ਸਹਿਜ ਅਵਸਥਾ ਦੇ ਨਾਲ ਆਪ ਜੀ ਉਹਨਾਂ ਪਾਸੋਂ ਮਹੀਨੇ ਦੀ ਕਥਾ ਸਰਵਣ ਕਰਨੀ। ਅਖੀਰ ਤੇ ਨਾਮ ਸਿਮਰਨ ਦੀ ਸੇਵਾ ਹੈ, ਉਹ ਇਸ ਮਹੀਨੇ ਦੀ ਬੱਚੀ ਤਾਰਕਾ ਤੇ ਹੋਰ ਸਾਧ ਸੰਗਤ ਦੇ ਬੱਚੇ ਬੱਚੀਆਂ ਰਲ ਕੇ ਆਪ ਜੀ ਨੂੰ ਸਰਵਣ ਕਰਾਉਣਗੇ। ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਦੇਰ ਤੋਂ ਮਨ ਵਿੱਚ ਵਿਚਾਰ ਸੀ, ਬੀਬੀ ਰੁਕਮਨ ਕੌਰ ਜੀ ਸੁਪਤਨੀ ਸਰਦਾਰ ਕਿਸ਼ਨ ਸਿੰਘ ਜੀ ਦੁਆਰਾ ਲਿਖਤ ਪੁਸਤਕ ਜੀਵਨ ਝਲਕੀਆਂ ਸ੍ਰੀਮਾਨ ਸੱਚਖੰਡ ਵਾਸੀ ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਏ ਵਾਲਿਆਂ ਦੀ ਪਿਆਰੀ ਯਾਦ ਵਿੱਚੋਂ ਸੰਗਤਾਂ ਨੂੰ ਪ੍ਰਸੰਗ ਸੁਣਾਵਾਂ। ਪਿਛਲੇ ਮਹੀਨੇ ਜੇਠ ਦੀ ਸੰਗਰਾਂਦ 14 ਮਾਰਚ 2022 ਦੇ ਪ੍ਰੋਗਰਾਮ ਵਿੱਚ ਜੋ ਪ੍ਰਸੰਗ ਆਪ ਜੀ ਨੇ ਸੁਣਿਆ ਸੀ, ਇਸ ਪੁਸਤਕ ਦਾ ਅਖੀਰਲਾ ਕਾਂਡ ਸੀ 6ਵਾਂ। ਜਦੋਂ ਇਹ ਪੁਸਤਕ ਪੜ੍ਹੀ ਤੇ ਅਖੀਰ ਤੇ ਇਹ ਪ੍ਰਸੰਗ ਪਹਿਲੀ ਵਾਰ ਪੜ੍ਹਿਆ ਤਾਂ ਬੜਾ ਰਸ ਆਇਆ ਤੇ ਅਕਾਲ ਪੁਰਖ ਨੇ ਮਿਹਰ ਕਰਕੇ ਪਹਿਲਾ ਪ੍ਰਸੰਗ ਹੀ ਇਹ ਸੰਗਤਾਂ ਨੂੰ ਸੁਣਵਾ ਦਿੱਤਾ। ਪ੍ਰਸੰਗ ਹੈ ਤਾਂ ਬੜਾ ਪ੍ਰੇਰਨਾ ਸਰੋਤ ਸੀ। ਪਤਾ ਨਹੀਂ ਕਿਤਨੀਆਂ ਪ੍ਰੇਮੀਆਂ ਨੂੰ ਖੰਡੇ ਬਾਟੇ ਦੀ ਪੌਲ ਚੱਕਣ ਦੀ ਪ੍ਰੇਰਨਾ ਮਿਲੀ ਹੋਵੇਗੀ ਤੇ ਕਲਗੀਧਰ ਪਿਤਾ ਜੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਬਲ ਹੋਈ ਹੋਵੇਗੀ। ਅੱਜ ਤੋਂ 60-70 ਸਾਲ ਪਹਿਲੇ ਬੱਚੇ ਬੱਚੀ ਦੇ ਆਨੰਦ ਕਾਰਜ ਹੁੰਦੇ ਸਨ ਤਾਂ ਸੁਣਦੇ ਵੀ ਸਾਂ ਤੇ ਫਿਰ ਦੇਖਿਆ ਵੀ ਹੈ। ਸਤਿਪੁਰਸ਼ ਅੰਮ੍ਰਿਤਧਾਰੀ ਬੱਚੇ ਬੱਚੀ ਦਾ ਹੀ ਆਨੰਦ ਕਾਰਜ ਕਰਵਾਉਂਦੇ ਸਨ ਤੇ ਬੱਚਿਆਂ ਨੂੰ ਸਿੱਖਿਆ ਵੀ ਦਿੰਦੇ ਸਨ। ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਆਨੰਦ ਕਾਰਜ ਵੇਲੇ ਬੜੇ ਫਖਰ ਨਾਲ ਦੱਸਦੇ ਸਨ ਕਿ ਬੱਚਾ ਤੇ ਬੱਚੀ ਅੰਮ੍ਰਿਤਧਾਰੀ ਹਨ। ਸਤਿਪੁਰਸ਼ ਦੱਸਦੇ ਸਨ ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਜੀ ਦਾ ਪਟਾ ਗਲ 'ਚ ਪੈ ਜਾਂਦਾ ਹੈ
ਜਿਸ ਕੁੱਤੇ ਦੇ ਗਲ 'ਚ ਪੱਟਾ ਹੋਵੇ ਮਿਊਨਿਸਪੈਲਿਟੀ ਵਾਲੇ ਪਕੜਦੇ ਨਹੀਂ ਕਿ ਇਸ ਦਾ ਕੋਈ ਮਾਲਕ ਹੈ। ਸਾਨੂੰ ਅੰਮ੍ਰਿਤ ਛਕ ਕੇ ਮਹਿਸੂਸ ਹੁੰਦਾ ਹੈ ਤੇ ਮਾਣ ਵੀ ਹੈ ਕਿ ਅਸੀਂ ਗੁਰੂ ਵਾਲੇ ਹਾਂ। ਅੱਜ ਕੱਲ੍ਹ ਪੁਰਾਤਨ ਰਵਾਇਤਾਂ ਖਤਮ ਹੋ ਗਈਆਂ ਹਨ। ਆਨੰਦ ਕਾਰਜ ਇੱਕ ਰਿਚੁਅਲ ਬਣ ਕੇ ਰਹਿ ਗਿਆ ਹੈ। ਇਸ ਪੁਸਤਕ ਦੀ ਲੇਖਕਾ ਬੀਬੀ ਰੁਕਮਨ ਕੌਰ ਜੀ, ਜਿਨ੍ਹਾਂ ਨੂੰ ਸਾਰੇ ਭਾਬੀ ਜੀ ਕਰਕੇ ਬੁਲਾਉਂਦੇ ਸਾਂ, ਦੇ ਪਰਿਵਾਰ ਦੇ ਵੱਡੇ ਵਡੇਰੇ ਦਾਦੀ ਆਦਿ ਕਮਾਲੀਏ ਭਾਈ ਸ਼ਾਮੂ ਸਚਿਆਰ ਦੇ ਅਸਥਾਨ ਨੂੰ ਤੇ ਵੰਸ਼ਜ ਚਾਹੇ ਸੰਤਾਂ ਨੂੰ ਮੰਨਦੇ ਸਨ। ਵੱਡੀ ਧਰਮਸਾਲ ਵੀ ਹਾਜ਼ਰੀ ਭਰਦੇ ਸਨ ਤੇ ਮਨ ਇੱਛਤ ਮੁਰਾਦਾਂ ਪਾਉਂਦੇ ਸਨ। ਆਪ ਦਾ ਸਹੁਰਾ ਪਰਿਵਾਰ ਕੱਟੜ ਆਰੀਆ ਸਮਾਜੀ ਸੀ ਤੇ ਸਿੱਖੀ ਨਿਭਾਉਣ ਵਿੱਚ ਜੋ ਜੋ ਔਕੜਾਂ ਇਸ ਦੰਪਤੀ ਨੂੰ ਆਈਆਂ ਸਭ ਇਸ ਪੁਸਤਕ ਵਿੱਚ ਹਨ। ਇੱਕ ਕਾਮਲ ਸਤਪੁਰਸ਼ ਦਾ ਹੱਥ ਇਹਨਾਂ ਦੀ ਪਿੱਠ ਤੇ ਸੀ, ਸੋ ਹਰ ਅਜਮਾਇਸ਼ ਵਿੱਚੋਂ ਪਾਰ ਹੁੰਦੇ ਗਏ। ਆਪ ਜੋ ਜੋ ਪ੍ਰਸੰਗ ਸੁਣੋਗੇ ਹੈਰਾਨ ਹੋਵੋਗੇ ਕਿ ਇੱਕ ਸਹਿਧਾਰੀ ਪਰਿਵਾਰ ਦੀ 5 ਜਮਾਤਾਂ ਪੜ੍ਹੀ ਬੱਚੀ ਰੁਕਮਨ ਬਾਈ ਤੋਂ ਬੀਬੀ ਰੁਕਮਨ ਕੌਰ ਦਾ ਜੀਵਨ ਨਿਰੋਲ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਦੇ ਪਿਆਰ ਤੇ ਸੱਚੀ ਸੁੱਚੀ ਸੰਗਤ ਦਾ ਸਦਕਾ ਇਤਨੀਆਂ ਉਚਾਈਆਂ ਤੇ ਪਹੁੰਚਿਆ। ਉਕਾੜੇ ਇਸ ਦੰਪਤੀ ਨੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ। ਸੰਤਾਂ ਦੀ ਮਿਹਰ ਦੇ ਸਦਕੇ ਆਪ ਜੀ ਨੇ ਅਖੀਰ ਤੱਕ ਨਾ ਸੰਤਾਂ ਦਾ ਤੇ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਦਰ ਛੱਡਿਆ। ਐਵੇਂ ਤਾਂ ਨਹੀਂ ਭਾਈ ਸਾਹਿਬ ਜੀ ਕਿਹਾ ਸੀ, ਅਨਪੜ੍ਹ ਕੁੜੀ ਦਾ ਇਤਨਾ ਪ੍ਰੇਮ। ਭਾਈ ਸਾਹਿਬ ਜੀ ਦੇ ਕਹਿਣ ਤੇ ਇਹ ਪੁਸਤਕ ਲਿਖ ਕੇ ਆਪ ਨੇ ਸ੍ਰੀਮਾਨ ਸੰਤਾਂ ਨੂੰ ਅਰਪਣ ਕੀਤੀ। ਆਪ ਜੀ ਦਾ ਸੰਤਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਇਸ ਲਿਖਤ ਵਿੱਚ ਆਪ ਮਹਿਸੂਸ ਕਰੋਗੇ। ਆਪ ਜੀ ਦਾ ਸੰਤਾਂ ਪ੍ਰਤੀ ਅਡੋਲ ਨਿਸ਼ਚਾ ਹੀ ਸੀ ਕਿ ਆਪ ਸਿੱਖੀ ਧਰਮ ਵਿੱਚ ਅਡੋਲ ਰਹੇ ਤੇ ਪਰਪੱਕ ਰਹੇ। ਇਸ ਪੁਸਤਕ ਵਿੱਚ ਵੱਡੇ ਸੰਤਾਂ ਦੀਆਂ ਅਮੋਲਕ ਕਥਾਵਾਂ, ਬਚਨ ਤੇ ਸਾਖੀਆਂ ਬੜੀਆਂ ਰੋਚਕ ਹਨ। ਅਕਾਲ ਪੁਰਖ, ਸਤਿਗੁਰ ਸਾਹਿਬਾਨ ਤੇ ਸਤਪੁਰਸ਼ ਆਪਣੀ ਮਿਹਰ ਦੁਆਰਾ ਇਹ ਸੇਵਾ ਲੈ ਲੈਣ। ਇੱਕ ਨਿਮਾਣਾ ਜਿਹਾ ਉਦਮ ਹੈ। ਉਮੀਦ ਹੈ ਸੰਗਤਾਂ ਪ੍ਰਵਾਨ ਕਰਨਗੀਆਂ। ਜੋ ਬੁਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗਤ ਜੀ, ਹੁਣ ਆਪ ਇਸ ਪੁਸਤਕ ਵਿੱਚੋਂ ਪ੍ਰਸੰਗ ਸੁਣੋ ਜੀ। ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤੈ ਚਰਨ ਮਾਥਾ ਨਿਰਪੋਥ, ਅਨਕ ਬਾਰ ਸੰਤੇ ਡੰਡੋਤ। ਆਓ ਸਾਧ ਸੰਗਤ ਜੀ, ਅਸੀਂ ਵੀ ਬਾਰ-ਬਾਰ ਨਮਸਕਾਰ ਕਰੀਏ। ਸੰਤੈ ਚਰਨ ਮਾਥਾ ਨਿਰਪੋਥ, ਅਨਕ ਬਾਰ ਸੰਤੇ ਡੰਡੋਤ। ਪੱਛਮੀ ਬੰਗਾਲ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਇੱਕ ਕਸਬਾ ਕਮਾਲੀਆ ਹੈ। ਇਹ ਸ਼ਹਿਰ ਬੜਾ ਪੁਰਾਤਨ ਕਿਹਾ ਜਾਂਦਾ ਹੈ। ਇਸ ਦੀ ਜ਼ਿਆਦਾ ਆਬਾਦੀ ਹਿੰਦੂਆਂ ਦੀ ਸੀ, ਪਰ ਖਰਲ ਕੌਮ ਦੇ ਮੁਸਲਮਾਨ ਇੱਥੇ ਆਪਣਾ ਦਬਦਬਾ ਰੱਖਦੇ ਸਨ। ਵਿਦਿਆ ਦੇ ਹਿਸਾਬ ਨਾਲ ਇਹ ਸ਼ਹਿਰ ਬੜਾ ਅਗਾਂਹ ਵਧੂ ਸੀ। ਇਸ ਧਰਤੀ ਦੇ ਤੇ ਕਈ ਸਤਪੁਰਸ਼ਾਂ ਜਨਮ ਲਿਆ। ਇਹਨਾਂ ਮਹਾਂਪੁਰਸ਼ਾਂ ਵਿੱਚੋਂ ਇੱਕ ਸੰਤ ਭਾਈ ਸ਼ਾਮੂ ਸਚਿਆਰ ਜੀ ਪ੍ਰਸਿੱਧ ਸਨ। ਭਾਈ ਸ਼ਾਮੂ ਸਚਿਆਰ ਜੀ ਵੰਸ਼ ਵਿੱਚ ਸ੍ਰੀਮਾਨ ਸੰਤ ਭਾਈ ਸੀਤਲ ਦਾਸ ਜੀ ਹੋਏ, ਜਿਨ੍ਹਾਂ ਦੇ ਗ੍ਰਹਿ 1939 ਬਿਕਰਮੀ ਵਿੱਚ ਸ੍ਰੀਮਾਨ ਸੰਤ ਭਾਈ ਸੰਗਤ ਸਿੰਘ ਜੀ ਨੇ ਜਨਮ ਲਿਆ। ਆਪ ਛੋਟੀ ਉਮਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਹੋ ਗਏ ਸਨ। 9 ਸਾਲ ਦੀ ਉਮਰ ਵਿੱਚ ਆਪ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠੀ ਹੋ ਗਏ ਸਨ ਤੇ 13 ਸਾਲ ਦੀ ਉਮਰ ਵਿੱਚ ਆਪ ਜੀ ਕਥਾ ਕਰਦੇ ਸਨ। ਆਪ ਜੀ ਦੀ ਕਥਾ ਦਾ ਸੰਗਤਾਂ ਤੇ ਬਹੁਤ ਪ੍ਰਭਾਵ ਪੈਂਦਾ ਸੀ ਤੇ ਸੰਗਤਾਂ ਅੰਮ੍ਰਿਤਮਈ ਕਥਾ ਦਾ ਰਸ ਮਾਣਦੀਆਂ ਸਨ। ਆਪ ਜੀ ਨੇ ਸੰਤ ਭਾਈ ਫਤਿਹ ਚੰਦ ਜੀ ਸ਼ਾਹ ਜੀਵਨੇ ਵਾਲਿਆਂ ਕੋਲੋਂ
ਬ੍ਰਹਮ ਵਿਦਿਆ ਦੀ ਦਾਤ ਲਈ ਸੀ। ਜਦੋਂ ਵਿਦਿਆ ਸੁਫਲ ਫਲੀ ਦਾ ਵਰ ਸੰਤਾਂ ਜੀ ਨੇ ਦਿੱਤਾ ਤਾਂ 3 ਪ੍ਰਣ ਆਪ ਜੀ ਤੋਂ ਲਏ। ਕਿਸੇ ਅੱਗੇ ਮਾਇਆ ਵਾਸਤੇ ਹੱਥ ਨਹੀਂ ਕਰਨਾ, ਅਰਥਾਤ ਥਾਲੀ ਨਹੀਂ ਫੇਰਨੀ, ਸ਼ਾਦੀ ਕਰਨੀ ਹੈ, ਵਿਦਿਆ ਵੇਚਣੀ ਨਹੀਂ। ਸੰਜੀ ਇਹਨਾਂ 3 ਨਿਯਮਾਂ ਤੇ ਪਰਪੱਕ ਰਹੇ ਤੇ ਗ੍ਰਸਥ ਆਸ਼ਰਮ ਇਖਤਿਆਰ ਕਰ ਲਿਆ। ਆਪ ਜੀ ਦੇ ਗ੍ਰਹਿ ਇੱਕ ਸਪੁੱਤਰੀ ਬੀਬੀ ਸੁੰਦਰ ਕੌਰ, ਇੱਕ ਸਪੁੱਤਰ ਭਾਈ ਕਰਤਾਰ ਸਿੰਘ, ਹੁਣ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਤੇ ਦੂਸਰੀ ਸਪੁੱਤਰੀ ਬੀਬੀ ਸ਼ੀਲ ਕੌਰ ਜੀ ਸਨ। ਕਮਾਲੀਏ ਵਿੱਚ ਨਵੇਂ ਕਟੜੇ ਗੁਰਦੁਆਰਾ ਸਤੀ ਦਾਸ ਜੀ ਦਾ ਹੈ। ਕਮਾਲੀਏ ਵਿੱਚ ਨਵੇਂ ਕਟੜੇ ਗੁਰਦੁਆਰਾ ਸਤੀ ਦਾਸ ਜੀ ਦਾ ਹੈ ਸੀ। ਉੱਥੇ ਸੰਜੀ ਕਥਾ ਕਰਦੇ ਸਨ। ਉਹਨਾਂ ਦਿਨਾਂ ਵਿੱਚ ਆਪ ਜੀ ਦੇ ਮਿੱਤਰ ਸ੍ਰੀਮਾਨ ਸੰਤ ਭਾਈ ਸਾਹਿਬ ਸਿੰਘ ਜੀ ਸੂਜਾਬਾਦ ਵਾਲੇ ਆਏ ਹੋਏ ਸਨ। ਅੰਮ੍ਰਿਤ ਵੇਲੇ 3 ਵਜੇ ਅਰਸ਼ੀ ਕੀਰਤਨ ਕਰਦੇ ਸਨ। ਮੈਂ ਵੀ ਛੋਟੀ ਜਿਹੀ ਸਾਂ, ਆਪਣੀ ਮਾਤਾ ਜੀ ਨਾਲ ਗੁਰਦੁਆਰੇ ਜਾਂਦੀ ਸਾਂ। ਇੱਕ ਦਿਨ ਅੰਮ੍ਰਿਤ ਵੇਲੇ 4 ਵਜੇ ਭਾਈ ਸਾਹਿਬ ਕੀਰਤਨ ਕਰਕੇ ਬਾਹਰ ਆਏ। ਮੇਰੀ ਮਾਤਾ ਉਹਨਾਂ ਦੇ ਚਰਨਾਂ ਤੇ ਡਿੱਗ ਪਈ। ਭਾਈ ਸਾਹਿਬ ਪੁੱਛਿਆ, ਮਾਤਾ ਜੀ ਕੀ ਕਹਿੰਦੀ ਹੈ? ਮੇਰੀ ਮਾਂ ਕਹਿਣ ਲੱਗੀ, ਪੁੱਤਰ ਨਹੀਂ ਹੈ, ਪੁੱਤ ਦੀ ਦਾਤ ਬਖਸ਼ੋ। ਭਾਈ ਸਾਹਿਬ ਕਹਿਣ ਲੱਗੇ, ਭੋਲੀ ਮਾਈ, ਤੇਰੇ ਸ਼ਹਿਰ ਵਿੱਚ ਮਹਾਂਪੁਰਖ ਸੰਤ ਜੀ ਬੈਠੇ ਹਨ, ਉਹਨਾਂ ਨੂੰ ਕਹੋ। ਦੂਸਰੇ ਦਿਨ ਮੇਰੀ ਮਾਂ ਸ੍ਰੀਮਾਨ ਸੰਗਤ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਟਹਿ ਪਈ ਤੇ ਪੁੱਤਰ ਦੀ ਦਾਤ ਮੰਗੀ। ਆਪ ਜੀ ਕਿਰਪਾਲੂ ਹੋਏ ਤੇ ਤਰੁੱਠ ਕੇ ਕਹਿਣ ਲੱਗੇ, ਅਰਦਾਸ ਕਰਾਂਗੇ, ਗੁਰੂ ਸਾਹਿਬ ਜੀ ਦਾਤੇ ਹਨ, ਕਿਰਪਾ ਕਰਨਗੇ। ਸ੍ਰੀ ਸੰਤਾਂ ਜੀ ਦੇ ਬਚਨਾਂ ਸਦਕਾ 1 ਸਾਲ ਬਾਅਦ ਮੇਰੇ ਵੀਰ ਦਾ ਜਨਮ ਹੋਇਆ। ਮੇਰੇ ਮਾਤਾ ਪਿਤਾ ਜੀ ਦਾ ਪਹਿਲੇ ਹੀ ਸੰਤਾਂ ਦੇ ਪਾਵਨ ਚਰਨਾਂ ਦਾ ਸਿਦਕ ਸੀ, ਪਰ ਪੁੱਤਰ ਦਾਤ ਪਾ ਕੇ ਵਧੇਕ ਸਿਦਕ ਹੋ ਗਿਆ ਤੇ ਹੋਰ ਸ਼ਰਧਾ ਵੱਧ ਗਈ। ਇਹ ਸੀ ਸੰਤ ਜੀ ਦੀ ਮਿਹਰ। ਮੇਰਾ ਵੀਰ 4 ਸਾਲ ਦਾ ਹੋਇਆ ਤਾਂ ਮੇਰੀ ਮਾਤਾ ਚਲਾਣਾ ਕਰ ਗਈ। ਅਸੀਂ 2 ਭੈਣਾਂ, ਮੈਂ ਰੁਕਮਨ ਬਾਈ ਤੇ ਦੂਸਰੀ ਕਿਸ਼ਨ ਦੇਈ ਤੇ ਵੀਰ ਗੁਰਦੀਪ ਸਿੰਘ। ਇੱਕ ਭੈਣ ਚਾਚਾ ਜੀ ਲੈ ਗਏ। ਮੈਂ ਤੇ ਮੇਰਾ ਭਰਾ ਦਾਦੀ ਜੀ ਪਾਸ ਕਮਾਲੀਏ ਰਹਿਣ ਲੱਗੇ। ਮੇਰੇ ਪਿਤਾ ਜੀ ਦੂਸਰੀ ਸ਼ਾਦੀ ਕਰ ਲਈ। ਉਹ ਬਹੁਤਾ ਬਾਹਰ ਰਹਿੰਦੇ ਸਨ ਤੇ ਕਦੀ ਕਦਾਈ ਕਮਾਲੀਏ ਆਉਂਦੇ ਸਨ। ਮੇਰੀ ਦਾਦੀ ਨੂੰ ਖੂਨ ਦੀ ਉਲਟੀ ਆਉਂਦੀ ਸੀ। ਉਹ ਕਿਸੇ ਵੱਡੇ ਡਾਕਟਰ ਜਾਂ ਹਕੀਮ ਦੀ ਦਵਾਈ ਨਹੀਂ ਲੈਂਦੀ ਸੀ। ਭਾਈ ਸ਼ਾਮੁਸਚਾਰ ਜੀ ਜਿੱਥੇ ਟਿੱਕੇ ਸਨ, ਉਸ ਨੂੰ ਵੱਡੀ ਧਰਮਸਾਲ ਕਹਿੰਦੇ ਸਨ। ਇਹ ਸ੍ਰੀ ਸੰਤਾਂ ਦੇ ਪਿਤਾ ਪਤਾਮਾ ਦੀ ਹੈ ਸੀ ਤੇ ਸ੍ਰੀ ਸੰਤ ਜੀ ਉੱਥੇ ਕਥਾ ਕਰਦੇ ਸਨ। ਕੀ ਹੋ ਗਿਆ? ਧਰਮਸਾਰ ਦੇ ਬਾਹਰ ਇੱਕ ਆਲਾ ਸੀ। ਉਸ ਵਿੱਚ ਡੋਲ ਪਾਣੀ ਦਾ ਭਰਿਆ ਰਹਿੰਦਾ ਸੀ। ਸੰਗਤਾਂ ਹੱਥ ਪੈਰ ਸਵੱਛ ਕਰਕੇ ਅੰਦਰ ਜਾਂਦੀਆਂ ਸਨ। ਇੱਕ ਚੁਬੱਚਾ ਸੀ ਜਿਸ ਵਿੱਚ ਪਾਣੀ ਪੈਂਦਾ ਸੀ। ਮੇਰੀ ਦਾਦੀ ਮੈਨੂੰ ਕਹਿਣਾ, ਚੁਬੱਚੇ ਵਿੱਚੋਂ ਮੈਨੂੰ ਅੰਮ੍ਰਿਤ ਲਿਆ ਦੇ। ਮੈਂ ਲਿਆਣਾ। ਮੇਰੀ ਦਾਦੀ ਨੇ ਨੇਤਰਾਂ ਨੂੰ ਲਗਾਉਣਾ, ਸਿਰ ਤੇ ਛਿੜਕਣਾ ਤੇ ਬਾਕੀ ਦਾ ਪੀ ਲੈਣਾ। ਇਹ ਅੰਮ੍ਰਿਤ ਹੀ ਉਸ ਦੀ ਦਵਾਈ ਸੀ ਤੇ ਉਹ ਰਾਜ਼ੀ ਹੋ ਜਾਂਦੀ ਸੀ। ਇਸ ਤਰ੍ਹਾਂ ਜੋ ਦੁਖੀ ਇਸ ਧਰਮਸਾਲ ਵਿੱਚ ਆਉਂਦਾ, ਸੁਖੀ ਹੋ ਕੇ ਜਾਂਦਾ। ਮੇਰੀ ਦਾਦੀ ਰੋਜ਼ ਗੁਰਦੁਆਰੇ ਨਹੀਂ ਸੀ ਜਾਂਦੀ। ਕੋਈ ਔਕੜ ਹੋਣੀ ਜਾਂ ਦੁੱਖ ਸੁੱਖ ਹੋਣਾ ਤਾਂ 2 ਕੋਡੀਆਂ ਰੱਖ ਕੇ ਅਰਦਾਸ ਕਰਨੀ ਤੇ ਘਰ ਆ ਜਾਣਾ। ਇਸ ਤਰ੍ਹਾਂ ਉਸਦੇ ਮਨੋਰਥ ਪੂਰੇ ਹੋ ਜਾਂਦੇ ਸਨ। ਜਿਸ ਕਾਲ ਤੋਂ ਕੋਈ ਨਹੀਂ ਬਚ ਸਕਿਆ, ਮੇਰੀ ਦਾਦੀ ਦੀ ਵੀ ਵਾਰੀ ਆ ਗਈ। ਮੇਰੇ ਪਿਤਾ ਜੀ ਆਪਣੀ ਮਾਂ ਨੂੰ ਕਹਿਣ ਲੱਗੇ, ਕੋਈ ਸੰਕਲਪ ਹੈ ਤਾਂ ਹੁਕਮ ਕਰ। ਅੰਮਾ ਕਹਿਣ ਲੱਗੀ, ਹਾਂ ਜੀ, ਮੈਂ ਨਾਮ ਨਹੀਂ ਜਪਿਆ। ਗੁਰਦੁਆਰੇ ਵੀ ਰੋਜ਼ ਨਹੀਂ ਜਾਂਦੀ ਰਹੀ। ਕਈ ਮਹੀਨੇ ਗੁਜ਼ਰ ਜਾਂਦੇ ਸਨ। ਮੈਂ ਚਾਹੁੰਦੀ ਹਾਂ ਸੰਤਾਂ ਨੂੰ ਘਰ ਲਿਆਓ, ਉਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ
ਤੇ ਭੋਗ ਤੋਂ ਬਾਅਦ ਮੈਂ ਉਹਨਾਂ ਕੋਲੋਂ ਗੁਰਮੰਤਰ ਲਵਾਂ। ਮੈਂ ਗੁਰਮੰਤਰ ਬਿਨਾਂ ਇਸ ਸੰਸਾਰ ਤੋਂ ਨਾ ਜਾਵਾਂ। ਮੇਰਾ ਇਹ ਸੰਕਲਪ ਪੂਰਾ ਕਰੋ। ਮੈਂ ਇਹਨਾਂ ਜੂਨੀਆਂ ਤੋਂ ਬਚਣ ਦਾ ਤਰਲਾ ਲੈ ਰਹੀ ਹਾਂ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰੋ। ਸੰਤਾਂ ਦਾ ਹਿਰਦਾ ਕੋਮਲ ਹੁੰਦਾ ਹੈ। ਸੰਤਾਂ ਕਿਰਪਾਲਤਾ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ। ਤੀਸਰੇ ਦਿਨ ਸਮਾਪਤੀ ਮਗਰੋਂ ਮੇਰੀ ਦਾਦੀ ਨੂੰ ਸੰਤਾਂ ਗੁਰਮੰਤਰ ਦਿੱਤਾ। ਉਸ ਸ਼ਾਮ ਨੂੰ ਮੇਰੀ ਦਾਦੀ ਮੈਨੂੰ ਕਹਿਣ ਲੱਗੀ, ਮੈਨੂੰ ਨਾਮ ਜਪਾ। ਮੈਂ ਪਹਿਲੇ ਵਾਹਿਗੁਰੂ ਵਾਹਿਗੁਰੂ ਕਹਿੰਦੀ ਗਈ, ਫਿਰ ਉਹ ਵਾਹਿਗੁਰੂ ਵਾਹਿਗੁਰੂ ਕਹਿੰਦੀ ਜਾਂਦੀ। ਇਸ ਤਰ੍ਹਾਂ ਮਾਲੂਮ ਹੁੰਦਾ ਸੀ ਕਿ ਉਹ ਜਿਸ ਤਰ੍ਹਾਂ ਨਾਮ ਦੇ ਪਾਣੀ ਦੇ ਘੁੱਟ ਪੀ ਰਹੀ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦੀ ਨੇ ਅੱਖਾਂ ਬੰਦ ਕਰ ਲਈਆਂ ਤੇ ਸੰਸਾਰਕ ਯਾਤਰਾ ਪੂਰੀ ਹੋ ਗਈ। ਇਹ ਸੀ ਸ੍ਰੀ ਸੰਤ ਜੀ ਦੀ ਅਨੰਤ ਮਿਹਰ। ਸੰਤਾਂ ਦੇ ਦਰ ਤੇ ਜੋ ਦੁਖੀ ਹੁੰਦਾ ਸੁਖੀ ਹੋ ਕੇ ਜਾਂਦਾ। ਦਿਨ ਬ ਦਿਨ ਆਪ ਦਾ ਪ੍ਰਤਾਪ ਵੱਧ ਰਿਹਾ ਸੀ। ਹਰ ਕੋਈ ਸੰਤਾਂ ਦੇ ਗੁਣ ਗਾ ਰਿਹਾ ਸੀ। ਜਿਸ ਤਰ੍ਹਾਂ ਏਕਮ ਦਾ ਚੰਦਰਮਾ ਦਿਨੋਂ ਦਿਨ ਵੱਧਦਾ ਹੈ, ਪ੍ਰਕਾਸ਼ ਵੀ ਜ਼ਿਆਦਾ ਹੁੰਦਾ ਜਾਂਦਾ ਹੈ, ਇਸੇ ਤਰ੍ਹਾਂ ਸ੍ਰੀ ਸੰਤਾਂ ਜੀ ਦਾ ਨਿਰਮਲ ਜਸ ਦਿਨ ਬ ਦਿਨ ਵੱਧਦਾ ਗਿਆ ਤੇ ਚਾਰੇ ਕੁੰਟਾਂ ਵਿੱਚ ਫੈਲ ਗਿਆ। ਦੇਸ਼ ਪ੍ਰਦੇਸ਼ ਵਿੱਚ ਇਹ ਕਹਿਣ ਕਿ ਕਮਾਲੀਏ ਵਾਲੇ ਸੰਤ ਬੜੇ ਮਹਾਂਪੁਰਸ਼ ਹਨ। ਸ੍ਰੀ ਸੰਤਾਂ ਜੀ ਕਰਕੇ ਕਮਾਲੀਆ ਸ਼ਹਿਰ ਪ੍ਰਸਿੱਧ ਹੋ ਗਿਆ। ਇੱਕ ਵਾਰ ਭਾਈ ਉਤਮ ਚੰਦ ਜੀ ਕਮਾਲੀਏ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਸਨ। ਭਾਈ ਸਾਹਿਬ ਨੂੰ ਰਸਤੇ ਵਿੱਚ ਦੋ ਸਿੰਘ ਮਿਲੇ। ਗੱਲਾਂ ਬਾਤਾਂ ਕਰਦਿਆਂ ਉਹਨਾਂ ਪੁੱਛਿਆ, ਤੁਸੀਂ ਕਿੱਥੋਂ ਦੇ ਹੋ? ਭਾਈ ਸਾਹਿਬ ਕਿਹਾ, ਕਮਾਲੀਏ ਦੇ। ਸਿੱਖਾਂ ਕਿਹਾ, ਉਹੀ ਕਮਾਲੀਆ ਜਿੱਥੋਂ ਦੇ ਸੰਤ ਹਨ? ਭਾਈ ਸਾਹਿਬ ਕਿਹਾ, ਹਾਂ, ਮੈਂ ਉਹਨਾਂ ਦਾ ਨਿਕਟਵਰਤੀ ਹਾਂ। ਉਹ ਦੋਨੋਂ ਸਿੱਖ ਭਾਈ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਤੇ ਕਹਿਣ ਲੱਗੇ, ਤੁਸੀਂ ਐਡੇ ਮਹਾਂਪੁਰਸ਼ਾਂ ਦੇ ਸੇਵਕ ਹੋ, ਤੁਹਾਡੇ ਦਰਸ਼ਨ ਕਰਕੇ ਠੰਡ ਪੈ ਗਈ। ਭਾਈ ਸਾਹਿਬ ਜੀ ਸਿੱਖਾਂ ਤੋਂ ਪੁੱਛਿਆ, ਤੁਸੀਂ ਕਿੱਥੋਂ ਦੇ ਹੋ? ਉਹਨਾਂ ਕਿਹਾ, ਅਸੀਂ ਕਾਬਲ ਦੇ ਵਸਨੀਕ ਹਾਂ। ਸਾਧ ਸੰਗਤ ਜੀ, ਕਿੱਥੇ ਕਾਬਲ ਤੇ ਕਿੱਥੇ ਕਮਾਲੀਆ? ਇਤਨੀ ਦੂਰੀ ਤੇ ਵੀ ਸ੍ਰੀਮਾਨ ਸਤਿਕਾਰਯੋਗ ਸੰਤ ਸੰਗਤ ਸਿੰਘ ਜੀ ਦਾ ਨਾਮ ਲੈ ਕੇ ਅਦਬ ਸਤਿਕਾਰ ਹੁੰਦਾ ਸੀ ਤੇ ਜਸ ਗਾਇਆ ਜਾਂਦਾ ਸੀ। ਇਹ ਸਭ ਸੀ ਆਪ ਜੀ ਦੀਆਂ ਮਹਾਨ ਤੇ ਉੱਚੀਆਂ ਸੁੱਚੀਆਂ ਕਾਲਾਂ ਦਾ ਸਦਕਾ। ਆਓ ਅਸੀਂ ਵੀ ਰੱਬੀ ਰੰਗ ਰੱਤੇ ਸੰਤਾਂ ਦੇ ਚਰਨਾਂ ਤੇ ਢਹਿ ਪਈਏ ਤੇ ਮੰਗੀਏ। ਕੀ ਮੰਗੀਏ? ਐਸੀ ਕਿਰਪਾ ਮੋਹਿ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ। ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਮਿਟੈ ਹਰਿ ਸੋਇ। ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਮਿਟੈ ਹਰਿ ਸੋਇ। ਜਾ ਸੰਤ ਮਿਟੈ ਹਰਿ ਸੋਇ। ਵੈਸਾਖ ਕਿਰਨ ਕਿਉਂ ਆਡੀਆਂ ਦੇਨਾ ਪ੍ਰੇਮ ਪਿਛੋ। ਹਰ ਸਾਜਨ ਪੁਰਗ ਵਿਸਾਰ ਗਏ
दो लगी माया दो बैसाख सुहावा ताल गया संत मिटे सोए बैसाख सुहावा ताल गया संत मिटे सोए पुत्र कलतर न सांग धना हारे अवनासी पुत्र कलतर न सांग धना हारे अवनासी पलच पलच सगले मुई झूठ भंग मोह पलच पलच सगले मुई झूठ भंग मोह बैसाख सुहावा ताल गया संत मिटे सोए बैसाख सुहावा ताल गया संत मिटे एक से हार के नाम बिन अगलैया को एक से हार के नाम बिन अगलैया कोई गई विसार विगोचना कब भेजे अमर न कोई गए विसार विगोचना प्रभ बिन अमर न कोई बैसाख सुहावा ताल गया संत मिटे सोए बैसाख सुहावा ताल गया संत मिटे प्रीतम चरण जो लगे तिनके निर्मल सोए प्रीतम चरण जो लगे तिनके निर्मल सोए नानक की प्रभ बेनती
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਹੈ ਸਫਲ ਸੰਗਰਾਮ। ਜੋ ਮਹੀਨਾ ਜੁਦੇ ਹੋ ਰਿਹਾ ਹੈ, ਉਸ ਮਹੀਨੇ ਦਾ ਪਿਤਰ ਨਾਮ ਆਪ ਜੀ ਨੇ ਵੀਰ ਸੁਖਪਾਲ ਸਿੰਘ ਜੀ ਪਾਸੋਂ ਸੰਕੀਰਤਨ ਵਿੱਚ ਸਰਵਣ ਕੀਤਾ ਹੈ। ਇਸੇ ਦੀ ਪਾਵਨ ਵਿਚਾਰ ਜੋ ਵੀਰ ਜੀ ਦੇ ਸੰਤ ਪਿਤਾ ਜੀ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਇਹਨਾਂ ਨੇ ਆਪਣੇ ਸਵੈ ਜੀਵਨ ਵਿੱਚ ਕੀਤੀ। ਪਿਤਰ ਪਾਵਨ ਰਚਨਾ ਹੈ ਕਥਾ श्री 12 माह। उस पुस्तक द्वारा अमृतमय बचना दी मेहर लईए। मुखों जपिए सतनाम वाहिगुरु, सतनाम वाहिगुरु। फरमा रहे हैं सतपुरुष कि अज सफल संग्राम दा दिन उदय हो रहा। साहिब श्री गुरु ग्रंथ साहिब पातशाह विच 12 महादेव प्रथाए दो जगह ते बाणी है। एक तुखारी राग विच उसदे दाता हन रसना दुआखो धन गुरु नानक देव साहिब जी। दूसरी 12 माह दी बाणी माज राग विच जिसदी बख्शिश कर रहे हैं साहिब श्री गुरु अर्जन देव पातशाह। साडे इस देश दी परंपरा तो मर्यादा आ रही है। जदों भी नहावा महीना आरंभ होना, देशवासियों ने उस महीने का नाम किसी रब दे प्यारे कुल दे बुजुर्ग तो उच्चे सुच्चे रब दे प्यारे तो जा सुनना। श्रोतियां का ख्याल सी जदों मैं महीने का नाम किसी बरकत वाली रसना तो सुनिया, मेरा सारा ही महीना बरकतां वाला, खुशियां वाला, खेड़िया वाला होवे। इसी आशे नूं मुख रख के सतगुरु दे दर ते अर्ज होई कि महाराज असी चाहते हाँ जिथे भी कोई गुरु का सिख है, नेड़े है दूर है, जदों महीना आए असी आप दी रसना तो नाम सुनीए, क्योंकि सब तो वध बरकत वाली रसना तो आप दी है। तां महाराज ने दोवें ही 12 माह श्री गुरु ग्रंथ साहिब पातशाह की पावन बीड़ में संकलित कर। इस वेले श्री गुरु अर्जन देव पातशाह जी के 12 माह जो माज राग विच हन, उन्हां दी दात असी लै रहे हाँ। गुरु मेहर करे, गुरु बख्शिश करे, गुरु दा बिरद ही बख्शिश। जिस तरह बदल दा बिरद है वसना, मैलियां नूं धोना, अग्नि दा बिरद है जिन्हां नूं पाला लगदा है उन्हां दा पाला दूर कर देना, अंधकार विच हन उन्हां नूं प्रकाश दे देना। इसे तरह गुरु दा बिरद है सदा बख्शन, सदा बख्शिश। हुण सतगुर दे दर तों बख्शिश लैनी है जो सब तो उच्ची है। सिख मजहब दी आखिरी जो मंजिल है वो बख्शिश। इत्थे जाके सिक्खी दी समाप्ति हो जाती। तो आरंभ करते हैं। बाणी का नाम है 12 माह। माह का अर्थ है महीना, 12 का अर्थ है 10 अते 2 12। साल के 12 महीने हैं। साडा जो गुरु ग्रंथ साहिब पातशाह वे साल है वो चेत तो आरंभ होंदा है, फलगुण ते जाके समाप्त हो जाता। ये 12 महीने हैं। इस बाणी दे बख्शणहार हन महला 5वां। रसना तो आखो धन गुरु अर्जन देव साहिब जी। बाणी राग विच गाउण वालियां नूं आग्या है इस बाणी नूं जदों गाउणा है चौथे घर विच गाना है। ये कह के हुण वाहिगुरू जी दी आराधना करदे फरमाउंदे हन एक ओंकार सत गुर प्रसाद। मेरा रब एक बहुते नहीं, इको एक तो हिसाब का हिंसा भी है, कहते हैं वो एक नहीं। एक की है ओंकार, ये मंगल स्वरूप है, खुशियां का सोमा है, खेड़ियां दी बसंत है। वो तीसरा सत स्वरूप है।
ਸੰਸਾਰ ਬਦਲੇਗਾ, ਖੰਡ ਬ੍ਰਹਿਮੰਡ ਬਦਲਣਗੇ, ਪਰ ਉਹ ਇੱਕ ਨਹੀਂ ਬਦਲੇਗਾ। ਦੁਪਹਿਰੇ ਸੂਰਜ ਸਿਖਰ ਤੇ ਹੋਵੇਗਾ, ਰਾਤ ਨੂੰ ਡੁੱਬ ਜਾਏਗਾ, ਪਰ ਉਹ ਨਹੀਂ ਡੁੱਬੇਗਾ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਹੁਣ ਅਸੀਂ ਉਸ ਕੋਲ ਪਹੁੰਚਾਂਗੇ ਕਿਵੇਂ? ਇੱਕੋ ਹੀ ਸਾਧਨ ਹੈ ਗੁਰਮਤਿ ਵਿੱਚ, ਉਹ ਹੈ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ। ਕੋਈ ਸਾਡੇ ਸਾਧਨ ਉਸ ਤੱਕ ਨਹੀਂ ਪਹੁੰਚਾ ਸਕਦਾ, ਗੁਰੂ ਦੀ ਬਖਸ਼ਿਸ਼ ਹੀ ਪਹੁੰਚਾ ਸਕਦੀ ਹੈ। ਰਹਿਮਤ ਹੋ ਗਈ ਗੁਰੂ ਨਾਨਕ ਦੀ, ਪ੍ਰਸਾਦ ਨਾਨਕ ਗੁਰੂ ਅੰਗਦ, ਪਰਮ ਪਦਵੀ ਪਾਵਹਿ। ਗੁਰੂ ਨਾਨਕ ਦੇ ਪ੍ਰਸਾਦ ਕਰਕੇ ਲੈਣਾ ਅਮਰ ਪਦਵੀ ਪ੍ਰਾਪਤ ਕਰਕੇ। ਸਾਡਾ ਨੁਕਤਾ ਇੱਥੇ ਹੀ ਹੈ, ਅਸੀਂ ਹਰ ਵੇਲੇ ਅੰਦਰੋਂ ਮੰਗਣੀ ਹੈ ਤਵ ਪ੍ਰਸਾਦ, ਬਖਸ਼ਿਸ਼, ਰਹਿਮਤ। ਆਰੰਭ ਕਰਦੇ ਹਾਂ। ਵੈਸਾਖ ਤਿਰਨ ਕਿਉ ਵਾਡੀਆ, ਜਿੰਨਾ ਪ੍ਰੇਮ ਵਿਛੋ। ਅਸੀਂ ਜੀਵ ਹਾਂ, ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਦੀ ਰੂਹ ਹੈ। ਉਹ ਰੂਹ ਕਈਆਂ ਨੇ ਤਾਂ ਵਾਹਿਗੁਰੂ ਨੂੰ ਛੋੜ ਦਿੱਤਾ, ਤੇ ਕਈ ਰੂਹਾਂ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਗਈਆਂ। ਤੋ ਉਹ ਰੂਹ, ਉਹ ਆਤਮਾ ਜਿਸ ਨੇ ਨਿਰੰਕਾਰ ਨੂੰ ਛੱਡ ਦਿੱਤਾ, ਲੱਗ ਗਈ ਸੰਸਾਰ ਵੱਲ, ਉਸ ਦੀ ਦਸ਼ਾ ਕੀ ਹੈ? ਵੈਸਾਖ ਧੀਰਨ ਕਿਉ ਵਾਡੀਆ, ਜਿੰਨਾ ਪ੍ਰੇਮ ਵਿਛੋ। ਪਰਮਾਤਮਾ ਦੇ ਚਰਨਾਂ ਤੋਂ ਜਿਹੜੀਆਂ ਰੂਹਾਂ ਵਿਛੜ ਗਈਆਂ, ਉਹਨਾਂ ਰੂਹਾਂ ਨੂੰ ਕਿਤਨੇ ਹੀ ਸੁੱਖ ਦੇ ਸਮਾਨ ਦੇ ਦਿਓ, ਪਰ ਕਦੇ ਵੀ ਉਹਨਾਂ ਦਾ ਮਨ ਟਿਕੇਗਾ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ। ਹਰ ਨਹਾ ਨ ਮਿਲਿਆ ਸਾਜਨ, ਕਤ ਪਾਈਐ ਬਿਸਰਾਮ। ਜਿਸ ਨੇ ਪਤੀ ਦਾ ਪੱਲਾ ਤਿਆਗ ਦਿੱਤਾ, ਉਹ ਰਾਤੀ ਸੁਖ ਦੀ ਨੀਂਦ ਕਿੱਦਾਂ ਸੋਵੇ? ਜਿੰਨਾ ਪ੍ਰੇਮ ਵਿਛੋ, ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਦਾ ਵਿਛੋੜਾ ਹੋ ਗਿਆ, ਉਹਨਾਂ ਨੂੰ ਜੀਵਤ ਕਾਲ ਵਿੱਚ ਮਰਨ ਤੋਂ ਬਾਅਦ ਕਦੇ ਵੀ ਸੁਖ ਨਸੀਬ ਨਹੀਂ ਹੋਏਗਾ। ਉਹ ਕਿਉਂ ਵਿਛੜ ਗਈਆਂ? ਕਾਰਨ ਕੀ ਬਣਿਆ? ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਹਰੀ ਜੋ ਸੱਜਣ ਸੀ, ਹਰੀ ਜੋ ਪੁਰਖ ਸੀ, ਸਮਰੱਥ ਸੀ, ਸਰਬ ਸ਼ਕਤੀਮਾਨ ਸੀ, ਵਿਸਾਰ ਕਹਿ ਉਸ ਨੂੰ ਛੱਡ ਦਿੱਤਾ। ਵਿਸਾਰ ਦਾ ਅਰਥ ਹੈ ਵਿਸਰਜਨ ਕਰ ਦਿੱਤਾ। ਭੁਲਾਣਾ ਅਰਥ ਇੱਥੇ ਨਹੀਂ। ਕਿੱਥੇ ਗਏ ਸੋ? ਕਹਿੰਦੇ ਹਨ ਸੰਗਤਾਂ ਨੂੰ ਵਿਸਰਜਨ ਕਰਨ ਗਏ ਸਨ, ਛੋੜਨ ਗਏ ਸਨ। ਤੋ ਮਾਇਆ ਦੇ ਤੋ ਲੱਗੀ ਮਾਇਆ ਧੋ। ਧੋ ਦਾ ਅਰਥ ਹੈ ਛਲ। ਰੂਹ ਲੱਗ ਗਈ ਛਲ ਰੂਪ ਮਾਇਆ ਵਿੱਚ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ
ਹੜ ਕਾ ਜਲ ਭੁਲੇਖੇ ਵਿੱਚ ਫਸ ਗਈ, ਛਲ ਵਿੱਚ ਫਸ ਗਈ। ਹਰੀ ਰੂਪ ਸੱਜਣ ਨੂੰ, ਹਰੀ ਰੂਪ ਪੁਰਖ ਨੂੰ ਛੱਡ ਦਿੱਤਾ। ਆਖੋ ਸਤਿਨਾਮ ਵਾਹਿਗੁਰੂ। ਹੋ ਐਨੀ ਟੋਲੀ ਭੁੱਲੀ ਅਸ, ਤਿਸ ਕੰਤ ਨਾ ਬੈਠੀ ਪਾਸ ਜਿਓ। ਤੋ ਵਾਹਿਗੁਰੂ ਦਾ ਪੱਲਾ ਛੁੱਟ ਗਿਆ। ਔਰ ਫਿਰ ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਨਾਸੀ ਓਹੋ। ਫਸ ਗਿਆ ਪੁੱਤਰ ਦੇ ਮੋਹ ਵਿੱਚ, ਫਸ ਗਿਆ ਵੋਟੀ ਦੇ ਮੋਹ ਵਿੱਚ, ਤੇ ਛੱਡ ਦਿੱਤਾ ਰੱਬ ਨੂੰ ਜੋ ਅਵਨਾਸੀ ਸੀ, ਜਿਸਨੇ ਇੱਥੇ ਵੀ ਰਹਿਣਾ ਸੀ ਉੱਥੇ ਵੀ ਰਹਿਣਾ ਸੀ, ਜਿਸਨੇ ਹਰ ਵੇਲੇ ਪਿਆਰ ਕਰਨਾ ਸੀ, ਉਸ ਨੂੰ ਛੱਡ ਦਿੱਤਾ। ਔਰ ਫਿਰ ਪਲਚ ਪਲਚ ਸਗਲੀ ਮੋਈ, ਝੂਠੇ ਧੰਦ ਮੋਹ। ਇਹ ਜੀਵ ਰੂਪੀ ਇਸਤਰੀ ਸੰਸਾਰ ਦੇ ਝੂਠਿਆਂ ਜੰਜਾਲਾਂ ਵਿੱਚ ਫਸ ਗਈ। ਐਸੀ ਫਸੀ ਜਿਵੇਂ ਗੁੜ ਤੇ ਮੱਖੀ ਫਸਦੀ, ਪਰ ਮਾਰਦੀ ਮਾਰਦੀ ਵਿੱਚੇ ਹੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਦੇ ਜੰਜਾਲਾਂ ਵਿੱਚ, ਸੰਸਾਰ ਦੇ ਧੰਦਿਆਂ ਵਿੱਚ ਫਸ ਫਸ ਕੇ ਮਰ ਗਈ। ਆਖੋ ਸਤਿਨਾਮ ਵਾਹਿਗੁਰੂ। ਤੰਦਾ ਤਾਵਤ ਦਿਨ ਗਿਆ, ਰਹਿਣ ਗਵਾਈ ਸੋਇ। ਊੜ ਬੋਲ ਬਿਖ ਖਾਇਆ, ਮਨ ਮੁਖ ਚਲਿਆ ਰੋ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋ। ਯਾਦ ਰੱਖ, ਉਥੇ ਨਾਮ ਤੋਂ ਬਿਨਾ ਜਿਤਨੇ ਤੇਰੇ ਕੀਤੇ ਧਰਮ ਕਰਮ ਹਨ, ਉਹਨਾਂ ਜਮਦੂਤਾਂ ਨੇ ਤੇਰੇ ਕੋਲੋਂ ਖੋ ਲੈਣੇ। ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾਗਤੀ ਲੁਟੈ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋਏ। ਹਜ਼ੂਰ ਕਹਿ ਰਹੇ, ਇੱਕ ਨਾਮ ਦਾ ਪੱਲਾ ਪਕੜ, ਲੱਗ ਪੋ ਇੱਕ ਨਾਮ ਦੇ ਨਾਲ। ਸ਼ਹਿਨਸ਼ਾਹ ਗੁਰੂ ਨਾਨਕ ਭੁਲੇਖਾ ਕੱਢ ਰਹੇ ਹਨ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਜਿਵੇਂ ਮਨ ਤਾਮਸੀ ਹਾਲਤ ਵਿੱਚ, ਤਮੋ ਗੁਣ ਸੁਭਾਅ ਵਿੱਚ ਡਕਡੋਲੇ ਖਾਂਦਾ ਹੈ, ਰਜੋ ਗੁਣ ਸੁਭਾਅ ਵਿੱਚ ਵੀ ਡਕਡੋਲੇ ਖਾਂਦਾ ਹੈ, ਸਾਤਵਿਕ ਸੁਭਾਅ ਵਿੱਚ ਵੀ ਬੈਠ ਕੇ ਡਕਡੋਲੇ ਖਾ ਰਿਹਾ ਹੈ। ਆਖੋ ਸਤਿਨਾਮ ਵਾਹਿਗੁਰੂ। ਮਹਾਂਪੁਰਸ਼ ਬੈਠੇ ਸਨ ਸ੍ਰੀ ਅੰਮ੍ਰਿਤਸਰ ਬਾਹਰ ਜੰਗਲ ਵਿੱਚ 3-4 ਮੀਲ ਤੇ। ਸੇਵਾਪੰਥੀ ਮਹਾਂਪੁਰਸ਼ ਬਾਬਾ ਰਾਮਦਿਆਲ ਜੀ, ਇੱਕ ਚੇਲਾ ਆਇਆ, ਕਹਿਣ ਲੱਗਾ ਪਾਤਸ਼ਾਹ ਆਗਿਆ ਲੈਣੀ ਹੈ। ਲੱਗੇ ਦੱਸ। ਚੇਲੇ ਦਾ ਨਾਂ ਸੀ ਸਦਾਨੰਦ। ਕੀ ਆਗਿਆ ਲੈਣੀ ਹੈ? ਕਹਿਣ ਲੱਗਾ ਪਾਤਸ਼ਾਹ ਅੱਜ ਦੀਵਾਲੀ ਹੈ, ਕਹੋ ਤੇ ਮੈਂ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰ ਆਵਾਂ। ਕਹਿਣ ਲੱਗੇ ਚੰਗੀ ਗੱਲ ਤਾਂ ਇਹ ਹੈ ਕਿ ਤੂੰ ਨਾ ਜਾ, ਤੂੰ ਦਰਸ਼ਨ ਕਰਨ ਨਹੀਂ ਜਾ ਰਿਹਾ, ਤੂੰ ਲੋਕਾਂ ਨੂੰ ਤੱਕਣ ਜਾ ਰਿਹਾ, ਤੂੰ ਭੀੜ ਨੂੰ ਦੇਖਣ ਜਾ ਰਿਹਾ ਹੈ, ਤੂੰ ਤਮਾਸ਼ਾ ਦੇਖਣ ਜਾ ਰਿਹਾ ਹੈ।
ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨੇ ਸਨ ਤਾਂ ਅੱਧੀ ਰਾਤ ਵੇਲੇ ਕਰਨ ਦਾ। ਇਹ ਸਾਰੀ ਵਿਥਿਆ ਬਾਬਾ ਕਾਹਨ ਸਿੰਘ ਜੀ ਦੇ ਜੀਵਨ ਵਿੱਚ ਲਿਖੀ ਹੈ ਡਾਕਟਰ ਬਲਬੀਰ ਸਿੰਘ ਜੀ ਨੇ। ਪੋਥੀ ਦਾ ਨਾਮ ਹੈ ਸ੍ਰੀ ਚਰਨ ਹਰੀ ਵਿਸਥਾਰ। ਬਹਿ ਗਿਆ, ਮਨ ਦਾ ਸੁਭਾਅ ਚੰਚਲ ਹੈ। ਗੁਰਦੁਆਰੇ ਬੈਠ ਕੇ ਵੀ ਇਹ ਚੰਚਲਤਾ ਕਰਦਾ ਹੈ। ਥੋੜੀ ਦੇਰ ਬਾਅਦ ਕਹਿਣ ਲੱਗਾ, ਪਾਤਸ਼ਾਹ ਇਹ ਦੀਵਾਲੀ ਦਾ ਦਿਨ ਤੇ ਸਾਲ ਬਾਅਦ ਆਉਣਾ ਹੈ, ਪਤਾ ਨਹੀਂ ਮੈਂ ਹੋਵਾਂਗਾ ਕਿ ਨਹੀਂ। ਹੁਣ ਤਾਂ ਮੈਂ ਇੱਥੇ ਹਾਂ, ਪਤਾ ਫਿਰ ਮੈਂ ਕਿੱਥੇ ਦੂਰ ਹੋਵਾਂ। ਪਾਤਸ਼ਾਹ ਬਸ ਮੈਂ ਮੱਥਾ ਟੇਕ ਕੇ ਹੁਣੇ ਹੀ ਆਇਆ, ਤੁਸੀਂ ਮੈਨੂੰ ਜਾਣ ਦੀ ਆਗਿਆ ਦੇ ਦਿਓ। ਉਹ ਪੂਰਨ ਮਹਾਂਪੁਰਖ ਸਨ, ਤ੍ਰਿਕਾਲ ਲੱਗੇ ਮਹਾਂਪੁਰਖ ਸਨ। ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਉਹ ਬਹੁਤੇ ਨਹੀਂ, ਉਹ ਕੋਈ ਹਨ, ਉਹ ਕਿਤੇ ਹਨ। ਕਹਿਣ ਲੱਗੇ, ਸਦਾ ਆਨੰਦ ਮੇਰੀ ਤਾਂ ਆਗਿਆ ਇਹ ਹੈ ਕਿ ਤੂੰ ਨਾ ਜਾ, ਤੂੰ ਮੇਲਾ ਤੱਕੜ ਚਲਿਆ, ਤੇਰੇ ਮਨ ਦੇ ਵਿੱਚ ਹੋਰ ਚੰਚਲਤਾ ਆ ਜਾਵੇਗੀ। ਅੱਧੇ ਘੰਟੇ ਬਾਅਦ ਕਹਿਣ ਲੱਗਾ, ਮਹਾਰਾਜ ਇੰਝ ਕਰਦੇ ਹਾਂ, ਤੁਸੀਂ ਘੜੀ ਦੇਖ ਲਵੋ, ਟਾਈਮ ਦੇਖ ਲਵੋ, ਬਸ ਮੈਂ ਮੱਥਾ ਟੇਕਦਾ ਤੇ ਨੱਸ ਕੇ ਆ ਜਾਵਾਂਗਾ, ਮੈਂ ਕਿਸੇ ਨੂੰ ਤੱਕਾਂਗਾ ਨਹੀਂ। ਕਹਿਣ ਲੱਗੇ, ਬਈ ਚੰਗਾ, ਆਖੋ ਸਤਿਨਾਮ ਵਾਹਿਗੁਰੂ, ਕਿਉਂਕਿ ਸਾਧੂ ਨੇ ਤਾਂ ਹਾਰਨਾ ਹੀ ਸਿੱਖਿਆ। ਗੁਰਮੁਖ ਹਾਰ ਚਲੇ ਜਗ ਜੀਤਾ। ਚੰਗਾ ਭਾਈ। ਜਿਸ ਵੇਲੇ ਘੰਟਾ ਘਰ ਪਹੁੰਚਿਆ, ਸਦਾਨੰਦ ਨੇ ਜੋੜਾ ਲਾਇਆ, ਮਾਈ ਸੇਵਾ ਦੇ ਰਸਤੇ ਤੋਂ ਹੇਠਾਂ ਪੌੜੀਆਂ ਉਤਰਿਆ। ਅੱਗੇ ਕੋਈ ਬੜੀ ਸੁੰਦਰ ਇਸਤਰੀ ਖੜੀ ਸੀ। ਉਸਦੇ ਰੂਪ ਨੂੰ ਤੱਕਦਿਆਂ ਹੀ ਮਨ ਚੰਚਲ ਹੋ ਗਿਆ। ਪਰਿਕਰਮਾ ਕੀਤੀ। ਹੁਣ ਮਨ ਵਿੱਚ ਗੁਰੂ ਰਾਮਦਾਸ ਨਹੀਂ, ਮਨ ਵਿੱਚ ਉਸ ਇਸਤਰੀ ਦੀ ਸੁੰਦਰਤਾ ਵਸ ਗਈ। ਚਾਰੇ ਪਰਿਕਰਮਾ ਕਰਕੇ ਉਸਦੇ ਬਾਅਦ ਅੰਦਰ ਗਿਆ, ਮਹਾਰਾਜ ਦੀਆਂ ਪਰਿਕਰਮਾ ਕੀਤੀਆਂ, ਫਿਰ ਅੰਦਰ ਗਿਆ, ਫਿਰ 4 ਪਰਿਕਰਮਾ ਕੀਤੀਆਂ, ਫਿਰ ਮੱਥਾ ਟੇਕਿਆ, ਫਿਰ ਜਾ ਕੇ ਹਰ ਕੀ ਪੌੜੀ ਤੋਂ ਅੰਮ੍ਰਿਤ ਲਿਆ, ਵਾਪਸ ਨਿਕਲਿਆ। ਪਰ ਸਭ ਕੁਝ ਓਪਰਾ ਮਨ ਵਿੱਚ ਤੇ ਬਹਿ ਗਈ ਸੀ ਉਹ ਇਸਤਰੀ। ਆਖੋ ਸਤਿਨਾਮ ਵਾਹਿਗੁਰੂ। ਜਦੋਂ ਵਾਪਸ ਆਇਆ, ਪੁੱਛਿਆ ਭਾਈ ਰਾਮ ਦਿਆਲ ਸਾਹਿਬ ਨੇ, ਬੜੀ ਨਿਮਰਤਾ ਵਾਲੇ ਮਹਾਂਪੁਰਸ਼, ਕਿਉਂ ਵੀ ਸਦਾਨੰਦ ਤੇਰੀ ਯਾਤਰਾ ਹੋ ਗਈ? ਕਹਿਣ ਲੱਗੇ, ਮਹਾਰਾਜ ਤੁਹਾਡੀ ਮਿਹਰ ਹੋ ਗਈ। ਕਹਿਣ ਲੱਗੇ, ਗੁਰੂ ਰਾਮਦਾਸ ਪਾਤਸ਼ਾਹ ਦੇ ਮੰਦਿਰ ਦੀ ਯਾਤਰਾ ਨਹੀਂ ਹੋਈ, ਇੱਕ ਇਸਤਰੀ ਦੀ ਯਾਤਰਾ ਜ਼ਰੂਰ ਹੋਈ ਹੈ। ਤੋ ਸਾਤਵਿਕ ਮੰਡਲ ਵਿੱਚ ਵੀ ਜਾ ਕੇ ਮਨ ਚੰਚਲਤਾ ਵੱਲ ਦੌੜਦਾ ਹੈ। ਮਨ ਦਾ ਸੁਭਾਅ ਵੀ ਐਸਾ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਛੱਡਦੇ ਸਭ ਕੁਝ, ਇੱਕ ਨਾਮ ਦਾ ਪੱਲਾ ਪਕੜ ਲੈ। ਕਿਵੇਂ ਪਕੜ? ਉਠਤ ਬੈਠਤ ਸੋਵਤ ਨਾਮ। ਉਠਤ ਬੈਠਤ ਸੋਵਤ ਨਾਮ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਘਰੋਂ ਚੱਲਿਆ, ਮੂੰਹ ਵਿੱਚੋਂ ਨਿਕਲਿਆ ਵਾਹਿਗੁਰੂ 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 ਵਾਹਿਗੁਰੂ। ਅੱਜ ਨਵਾਂ ਸਾਲ ਚੜਿਆ ਹੈ, ਨਵੇਂ ਇੱਕ ਰੌਣਕ ਆ ਗਈ ਬਨਸਪਤੀ ਤੇ। ਵੈਸਾਖ ਭਲਾ ਸਾਖਾ ਵੇਸ ਕਰੇ। ਉਹ ਟੇੜੀਆਂ ਜਿਨ੍ਹਾਂ ਦੇ ਪੱਤੇ ਗਿਰ ਚੁੱਕੇ ਸਨ, ਅੱਜ ਉਹਨਾਂ ਵਿੱਚ ਨਵਾਂ ਜੀਵਨ ਪੈਦਾ ਹੋ, ਨਵੀਆਂ ਸ਼ਾਖਾਂ ਨਿਕਲਣਗੀਆਂ। ਅੱਜ ਪਕੜ ਲੈ ਇੱਕ ਨਾਮ ਦਾ ਪੱਲਾ, ਛੱਡਦੇ ਭਟਕਣਾ। ਇੱਥੇ ਜਾਣਾ ਹੈ, ਉੱਥੇ ਜਾਣਾ ਹੈ, ਇਹ ਸਾਰੀਆਂ ਹੀ ਮਨ ਦੀਆਂ ਭਟਕਣਾ। ਆਖੋ ਸਤਿਨਾਮ ਵਾਹਿਗੁਰੂ।
ਦੈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋ। ਕਹਿੰਦੇ ਹਨ ਗੁਰੂ ਬਾਬਾ, ਦੇਖ ਰੱਬ ਨੂੰ ਛੱਡ ਕੇ ਤੈਨੂੰ ਸਦਾ ਵਿਗੋਚੇ ਹੀ ਪੈਣਗੇ। ਅੱਜ ਇਹ ਨਹੀਂ, ਅੱਜ ਉਹ ਨਹੀਂ, ਤੇਰੀਆਂ ਸਾਰੀਆਂ ਹੀ ਝੋਲੀਆਂ ਭਰਨ ਵਾਲਾ ਹੈ ਸਤਨਾਮ ਵਾਹਿਗੁਰੂ। ਇਸਤਰੀ ਦੇ ਸਾਰੇ ਹੀ ਝੋਲ ਭਰਦਾ ਹੈ ਉਸ ਦਾ ਪਤੀ। ਤੇਰੀ ਰੂਹ ਦੀ ਜੋ ਮੰਗ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਬੀਬੀ ਦਾ ਪਤੀ ਤਾਂ ਕਹਿ ਸਕਦਾ ਹੈ ਇਤਨੇ ਰੁਪਏ ਮੈਂ ਖਰਚਣੇ ਬਰਦਾਸ਼ਤ ਨਹੀਂ ਕਰ ਸਕਦਾ, ਪਰ ਵਾਹਿਗੁਰੂ ਕਦੇ ਨਹੀਂ ਕਹੇ ਕਿ ਮੈਂ ਇਹ ਬੋਝ ਨਹੀਂ ਚੱਲ ਸਕਦਾ। ਉਹ ਕੌਣ ਹੈ? ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਤੁਮ ਹੋ ਸਭ ਰਾਜਨ ਕੇ ਰਾਜਾ। ਪਕੜ ਲੈ ਇਸ ਦਾ ਪੱਲਾ, ਜੋ ਤੈਨੂੰ ਲੋੜ ਹੈ ਉਹ ਦੇਗਾ। ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ। ਅੱਗੇ ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਇ। ਉਹ ਰੂਹਾਂ ਜਿਹੜੀਆਂ ਲੱਗੀਆਂ ਪ੍ਰੀਤਮ ਦੇ ਚਰਨਾਂ ਨਾਲ, ਲੱਗੀਆਂ ਵਾਹਿਗੁਰੂ ਦੇ ਚਰਨਾਂ ਨਾਲ, ਜਿਨ੍ਹਾਂ ਦੇ ਹਰ ਵੇਲੇ ਮਨ ਅੰਦਰ ਵਸੀ ਰਹਿੰਦੀ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਰੂਹਾਂ ਜੋ ਵਾਹਿਗੁਰੂ ਦੇ ਪ੍ਰੀਤਮ ਦੇ ਚਰਨਾਂ ਨਾਲ ਲੱਗ ਗਈਆਂ, ਤਿਨ ਕੀ ਨਿਰਮਲ ਸੋਇ। ਇੱਥੇ ਸੋਏ ਦਾ ਅਰਥ ਉਹ ਨਹੀਂ, ਸੋਏ ਦਾ ਅਰਥ ਹੈ ਸ਼ੋਭਾ। ਉਹਨਾਂ ਦੀ ਸ਼ੋਭਾ ਇੱਥੇ ਵੀ ਹੈ। ਜਦੋਂ ਉਹ ਤੁਰ ਜਾਂਦੀਆਂ ਹਨ ਸੰਸਾਰ ਤੋਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਅੱਜ ਅਰਦਾਸ ਕਰੋ, ਮੰਗੋ ਗੁਰੂ ਦਰ ਤੋਂ ਜੋ ਮੰਗੀ ਸੀ ਕਲਗੀਧਰ ਪਾਤਸ਼ਾਹ। ਕੀ ਮੰਗਿਆ? ਇੱਕੋ ਦਾਤ, ਤਬ ਚਰਨਨ ਮਨ ਰਹਿ ਹਮਾਰਾ, ਤਬ ਚਰਨਨ ਮਨ ਰਹਿ ਹਮਾਰਾ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਇ। ਇਹ ਮਨ ਦੀ ਬ੍ਰਿਤੀ ਲੱਗ ਜਾਏ, ਮਨ ਜੁੜ ਜਾਏ ਪ੍ਰੀਤਮ ਦੇ ਚਰਨਾਂ ਨਾਲ, ਤਿਨ ਕੀ ਨਿਰਮਲ ਸੋਇ। ਇੱਥੇ ਵੀ ਉਹਨਾਂ ਦੀ ਸ਼ੋਭਾ ਜਦੋਂ ਮਰ ਕੇ ਜਾਣਗੇ ਰੱਬ ਦੀ ਦਰਗਾਹ ਵਿੱਚ, ਉੱਥੇ ਵੀ ਸ਼ੋਭਾ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ। ਉੱਥੇ ਰਾਜਾਨ ਰਾਜ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਵੀ ਉਹਨਾਂ ਦੀ ਸ਼ੋਭਾ ਹੋਏ। ਅੱਜ ਮੰਗੋ, ਬਖਸ਼ੀ ਦਾ ਦਿਨ ਹੈ। ਹੋ ਕਲਗੀਧਰ ਪਾਤਸ਼ਾਹ ਕਰਦੇ ਮੇਰ, ਸਾਡੇ ਮਨ ਦੀ ਰੌਂ ਲੱਗ ਜਾਏ ਤੇਰੇ ਚਰਨਾਂ ਦੇ ਨਾਲ। ਗੁਰ ਚਰਨਾਂ ਦੇ ਨਾਲ ਮੇਰਾ ਮਨ ਲਗਾ ਰਹੇ, ਲਗਾ ਰਹੇ। ਗੁਰ ਚਰਨਾਂ ਦੇ ਨਾਲ ਮੇਰਾ ਮਨ
ਲਗਾ ਰਹੇ। ਜਿਸ ਤਰ੍ਹਾਂ ਸਰੀਰ ਦੇ ਵਿੱਚ ਰੂਹ ਚੱਲ ਰਿਹਾ ਹੈ, ਖੂਨ ਚੱਲ ਰਿਹਾ ਹੈ, ਅੰਦਰ ਮਨ ਵਿੱਚ ਹਰ ਵੇਲੇ ਲਗਾ ਰਹੇ, ਤਬ ਚਰਨਨ ਮਨ ਰਹਿ ਹਮਾਰਾ, ਤਬ ਚਰਨਨ ਮਨ ਰਹਿ ਹਮਾਰਾ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋ। ਉਹਨਾਂ ਲਗਾ ਦਿੱਤਾ ਆਪਣਾ ਮਨ ਰੱਬ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ। ਉਹਨਾਂ ਨੇ ਲੋਕ ਸੋਹਣਾ ਕਰ ਲਿਆ ਅਰ ਪਰਲੋਕ ਵੀ ਸੋਹਣਾ ਕਰ ਲਿਆ। ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋ। ਹੱਥ ਜੋੜ ਲਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਹਜ਼ੂਰ ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ, ਪ੍ਰਾਪਤ ਹੋ। ਆਤਮ ਅੰਦਰ ਹੀ ਹੋ। ਰੱਬ ਦੇ ਤਿੰਨ ਰੂਪ, ਪਰਮਾਤਮ ਹੈ, ਸਰਬਾਤਮ ਹੈ, ਔਰ ਤੀਜਾ ਆਤਮ ਬਸ। ਬੈਠੇ ਤੋਂ ਅੰਦਰ ਹੀ ਹੋ, ਪਰ ਹੁਣ ਮੈਨੂੰ ਮਿਲ ਪੋ। ਆਖੋ ਸਤਨਾਮ ਵਾਹਿਗੁਰੂ। ਤਨ ਕੋਠੜੀ ਵਿੱਚ ਦੱਬਿਆ ਪਿਆ ਹੈ, ਜ਼ਮੀਨ ਥੱਲੇ ਦੱਬਿਆ ਪਿਆ ਹੈ, ਪਰ ਸੁੱਖ ਨਹੀਂ। ਉਹ ਨਿਕਲ ਆਏ, ਮਿਲ ਜਾਏ ਤੇ ਬਾਗੋ ਬਾਗ ਹੋ ਜਾਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋ। ਮਹਾਰਾਜ ਪ੍ਰਾਪਤ ਹੋ, ਅੰਦਰ ਬੈਠੇ ਹੋ, ਪਰ ਪਾਤਸ਼ਾਹ ਮਿਲੋ। ਆਖੋ ਸਤਨਾਮ ਵਾਹਿਗੁਰੂ। ਧਰਤੀ ਵਿੱਚ ਪਾਣੀ ਹੈ, ਪਰ ਸਾਡੀ ਪਿਆਸ ਕਦੋਂ ਬੁਝੇਗੀ? ਜਦੋਂ ਸਾਡੇ ਮੂੰਹ ਨਾਲ ਲੱਗੇਗਾ। ਧਰਤੀ ਦਾ ਪਾਣੀ ਸਾਡੀ ਪਿਆਸ ਨਹੀਂ ਬੁਝਾ ਸਕਦਾ। ਪ੍ਰਭ ਮਿਲੋ ਪ੍ਰਾਪਤ ਹੋ। ਮਿਲੋ, ਹੇ ਦਾਤਾ ਮੈਨੂੰ ਮਿਲੋ। ਉਡੀਨੀ 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 ਕਬ ਘਰ ਆਵੈਰੀ, ਮੋਹਨ ਕਰ ਆਵੋ ਕਰੋ ਜਦਰੀਆ। ਪ੍ਰਭ ਮਿਲੋ ਪ੍ਰਾਪਤ ਹੋ ਮੇਰੇ ਪ੍ਰੀਤਮ ਮਿਲੋ। ਮਿਲੋ ਨਾ ਮਿਲੋ। ਹੋ ਖੜੀ ਨਿਹਾਲੀ ਬੰਦ, ਮਤ ਮੂੰਹ ਸੱਜਣ ਆਵੇ। ਉਡੋ ਨਾ ਕਾਗਾ ਕਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਪ੍ਰਭ ਮਿਲੋ ਪ੍ਰਾਪਤ ਹੋ। ਪ੍ਰਭ ਮਿਲੋ ਪ੍ਰਾਪਤ ਹੋ। ਵੈਸਾਖ ਸੁਹਾਵਾ ਤਾਂ ਲਗੈ, ਜਾ ਸੰਤ ਪੇਟੈ ਹਰ ਸੋ। ਵੈਸਾਖ ਸੁਹਾਵਾ ਤਾਂ ਲਗੈ, ਜਾ ਸੰਤ ਪੇਟੈ ਹਰ ਸੋ। ਇਹ ਵੈਸਾਖ ਦਾ ਮਹੀਨਾ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ, ਸੰਸਾਰ ਲਈ ਸੋਹਣੇ ਤੋਂ ਸੋਹਣਾ ਹੋ ਜਾਏ। ਜੇਕਰ ਕੋਈ ਰੱਬ ਦਾ ਪਿਆਰਾ ਸੰਤ ਸਾਨੂੰ ਆਪਣੇ ਜੀਵਨ ਵਿੱਚ ਮਿਲ ਜਾਏ। ਆਖੋ ਸਤਨਾਮ ਵਾਹਿਗੁਰੂ। ਵੈਸਾਖ ਸੁਹਾਵਾ ਤਾਂ ਲਗੈ, ਜਾਂ ਸੰਤ ਭੇਟੈ ਹਰ ਸੋ। ਜਾਂ ਸੰਤ ਭੇਟੈ ਹਰ ਸੋ।
वाहिगुरु जी का खालसा वाहिगुरु जी की फतेह। तो ये सन ਅੰਮ੍ਰਿਤਮय बचन जो सतपुरुषां दी ਅੰਮ੍ਰਿਤਮय रसां तो उचारन तिन्हां दी मेहर मिली होइयां भुल्लां बख्श लैणियां सतगुरु दी रहमत कर सतपुरुषां दी पवित्र आत्मा दे सदा मेरे सतगुरु जी दियां रहमतां बख्शिशां फजल वरदे रहन और सतपुरुषां दियां पवित्र आसीसां सदा तिन्हां दे सफल परिवार दे सर्ब साध संगत दे अंग संग सहाई हो तिन्हां दी मेहर आसीस सदका सदा सुखाली स्वासी चितावे सतनाम वाहिगुरु सतनाम वाहिगुरु नाम ना विसरै संत परसा। मिल जाए रब सवारियां दी मेहर वैसाख सुहावा तां लगे जा संत भेट हर सो। तो सतपुरुषां दी मेहर आसी सदका ये महीना खुशियां वाला खेड़िया वाला बरकतां वाला होए होइयां भुल्लां साध संगत जियो रब्बी मन्ना नूं हाग लारे महापुरुषो बख्श लैणियां। वाहिगुरु जी का खालसा वाहिगुरु जी की फतेह। खालसा मेरो रूप है
तू ही निशानी जीत की, आज तू ही जगवीर, तू ही निशानी जीत की, आज तू ही जगवीर, तू ही निशानी जीत की, आज तू ही जगवीर, तू ही निशानी जीत की, आज तू ही जगवीर। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਵਿਸਾਖ ਮਹੀਨੇ ਦਾ ਸਾਰਾ ਪ੍ਰੋਗਰਾਮ ਸਰਵਣ ਕੀਤਾ ਹੈ। ਸਤਿਗੁਰ ਦੀਆਂ ਅਸੀਂ ਮਿਹਰਾਂ ਦੇ ਸ਼ੁਕਰਾਨੇ ਕਰਦੇ ਹਾਂ, ਕਿਉਂਕਿ ਇਹ ਜਿਹੜਾ ਬਣਿਆ ਨਾ ਸਮਾਗਮ, ਇਹ ਬਾਣੀ ਦੀ ਇੱਕ ਦੋ ਕਹਿੰਦੀ ਹੈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਵਾਹਿਗੁਰੂ ਜੀ, ਤੁਸੀਂ ਆਪੇ ਵਿਧੀਆਂ ਬਣਾਉਂਦੇ ਹੋ, ਢੋ ਢਕਾਉਂਦੇ ਹੋ ਤੇ ਸਾਧ ਸੰਗਤ ਦਾ ਸਮਾਗਮ ਬਣਦਾ ਹੈ। ਠੀਕ ਹੈ, ਤੋ ਵਿਸਾਖੀ ਦਾ ਜਿਹੜੇ ਦੁੱਖ ਅਰਦਾਸ ਨੇ ਕਿ ਅਸੀਂ ਕਹਿਣੇ ਨੇ ਉਹ ਇਹੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਇਹ ਜਿਹੜੀ ਖਾਲਸਾ ਪੰਥ ਦੀ ਸਾਜਨਾ, ਮੰਨ ਲਓ ਗੁਰੂ ਨਾਨਕ ਸਾਹਿਬ ਤੋਂ ਲਾਗੇ ਗੁਰੂ ਤੇਗ ਬਹਾਦਰ ਪਾਕ ਸਿੱਖੀ ਦਾ ਨੀਹਾਂ ਚਲਦੀਆਂ ਰਹੀਆਂ, ਹੁਣ ਤੇ ਮਹਾਲੀ ਬੰਨਾ ਸੀ ਜਿਹੜਾ ਕਲਗੀਧਰ ਪਾਤਸ਼ਾਹ ਨੇ। ਔਰ ਕਲਗੀਧਰ ਪਾਤਸ਼ਾਹ, ਤੁਸੀਂ ਕਲਗੀਧਰ ਚਮਤਕਾਰ ਜੋ ਭਾਗ ਪਹਿਲਾ ਹੈ ਉਹਦੇ ਵਿੱਚ ਇੱਕ ਪ੍ਰਸੰਗ ਹੈ, ਇਹ ਸਾਰਾ ਖਾਲਸੇ ਪੰਥ ਦੀ ਸਾਜਨਾ ਦਾ, ਉਸ ਦਾ ਹੈਡਿੰਗ ਹੈ ਦਿਲਗੀਰ ਦਿਲਜ਼ੋਰ ਦਿਲਸ਼ਾਹ। ਤੁਸੀਂ ਕਿਵੇਂ ਮਾਰੇ ਦਿਲਗੀਰੀ ਵਿੱਚ ਹਨ ਕਿ ਐਡਾ ਵੱਡਾ ਕਾਰਜ ਜੋ ਵਾਹਿਗੁਰੂ ਨੇ ਤੁਹਾਨੂੰ ਦਿੱਤਾ ਹੈ, ਹਮ ਏਕਾ ਜਗਤ ਮੁਆਏ ਧਰਮ ਵੇਦ ਗੁਰ ਦੇ ਪਠਾਏ, ਇਹ ਕਿਵੇਂ ਸਾਰਾ ਹੋਵੇ? ਕਿਵੇਂ ਫਿਰ ਧੁਰੋਂ ਆਵਾਜ਼ ਆਈ ਖਾਲਸਾ ਖਾਲਸਾ ਖਾਲਸਾ? ਇਹ ਤਾਂ ਹੀ ਅਸੀਂ ਪੜ੍ਹਦੇ ਹਾਂ, ਖਾਲਸਾ ਕਾਲ ਪੁਰਖ ਕੀ ਫੌਜ, ਅੱਗੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਪਰਮਾਤਮਾ ਦੀ ਇੱਕ ਮੌਜ ਸੀ ਕਲਗੀਧਰ ਪਾਤਸ਼ਾਹ ਨੂੰ ਕਿ ਆਪਣੇ ਅੰਦਰੋਂ ਖਾਲਸਾ ਬਾਹਰ ਪ੍ਰਗਟ ਕਰੋ। ਕਿ ਉਹ ਸਰੂਪ ਕੀ ਹੈ? ਸਰੂਪ ਬਣ ਕੇ ਸਾਹਮਣੇ ਆ ਗਿਆ ਮਹਾਰਾਜ ਦੇ। ਸੀਸ ਤੇ ਦਸਤਾਰ ਹੈ, ਗਲ ਅੰਗਾ ਹੈ, ਕਿਰਪਾਨ ਹੈ, ਤੇਰ ਗਿਛਾਰ ਹੈ, ਚੁਸਤ ਸਰੀਰ, ਸਾਰਾ ਜੋ ਰੂਪ ਖਾਲਸੇ ਨੇ ਧਾਰਨਾ ਸੀ ਉਹ ਮਹਾਰਾਜ ਨੇ ਆਪ ਕਿਹਾ ਹੈ, ਇਹ ਜਿਹੜਾ ਖਾਲਸਾ ਦਾ ਰੂਪ ਧਾਰਨ ਕੀਤਾ ਗਿਆ, ਇਹ ਮੇਰਾ ਹੀ ਰੂਪ ਸਮਝੋ। ਇਹ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਮੇਰਾ ਇਸ ਨਿਵਾਸ ਹੋਏਗਾ ਖਾਲਸੇ ਦਾ। ਇਹ ਜਿਹੜੇ ਬੰਦੇ ਅਣਜਾਣ ਪੁਣੇ ਵਿੱਚ ਬੇਦਬੀ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਜੇ ਅਸੀਂ ਬੇਦਬੀ ਕੀਤੀ, ਸਾਡੇ ਸਰੂਪ ਵਿੱਚੋਂ ਕਲਗੀਧਰ ਪਾਤਸ਼ਾਹ ਦਾ ਸਰੂਪ ਦਿਸਣੋਂ ਬੰਦ ਹੋ ਜਾਏਗਾ। ਇਸ ਕਰਕੇ ਬੜੀ ਲੋੜ ਹੈ, ਤਾਕੀਦ ਹੈ। ਕਲਗੀਧਰ ਪਾਤਸ਼ਾਹ ਨੇ ਜੋ ਅੰਮ੍ਰਿਤ ਦੀ ਦਾਤ ਦਿੱਤੀ, ਸੱਚ ਪ੍ਰਤਾਵੇ ਲੈ, ਸੱਚ ਨੂੰ ਪਹਿਲ ਦਿੱਤੀ, ਮਸੰਦਾਂ ਦੀ ਵੀ ਛਾਂਟੀ ਕਰ ਦਿੱਤੀ, ਉਹਨਾਂ ਨੂੰ ਜੋ ਸਿੱਖਾਂ ਨੂੰ ਦੁੱਖ ਦੇ ਕੇ ਲਿਆਂਦੇ ਸਨ, ਮਾਰਨ ਗਏ, ਇਹਨਾਂ ਦੀ ਲੋੜ ਨਹੀਂ। ਮੈਂ ਤੇ ਪਰਜਾ ਦੀ ਪੀੜਾ ਹਰਨੀ ਹੈ ਤੇ ਸਿੱਖਾਂ ਦੀ ਪੀੜਾ ਮੈਂ ਕਿੱਥੋਂ ਸਾਂਗਾ? तो उतों उन्होंने प्रथा मसाना की बंद कर दी थी, डायरैक्ट रिश्ता संगत नाल कायम कर लिया। जो कोई भिटेवां पटावां लियावे, सिद्धियां लावे, तो खालसे पंथी साजना करके कलगीधर पातशाह के सारे सिख भरा, ये खालसा किहदा है? वाहिगुरू जी का। असीं पढ़दे हां वाहिगुरू जी का खालसा, ते फतेह किहदी है? वाहिगुरू जी की फतेह। खालसा भी वाहिगुरू दा, फतेह वाहिगुरू, फतेह खालसे दी हो गई सारी। तो खालसे नूं इतना उच्चा मान कलगीधर पातशाह ने बख्श के कई हदायतां कीतियां हैं। 5 ककार रखने हैं, नितनेम करना है, कुरैतां तो बचना है। ते महाराज ने कहा, जबला खालसा रे नियारा, तब लग तेज दियो मैं सारा। मेरा सारा तेज खालसे विच वरतेगा, पर जब ये गए विपरण की रीत, मैं ना करूं इनकी पति। भाव सानूं सिक्ख्या देंदे महाराज, अपने धर्म विच, अपने असूलां विच गुरसिੱਖੀ जीवन उच्चे सुचे बन के रहो, तां ही साडा ये विसाखी खालसे दा दिवस मनाना सफल है। भुल्लां बख्श लैणियां। वाहिगुरू जी का खालसा, वाहिगुरू जी की फतेह।